ਮਾਝ ਮਹੱਲਾ ਚੌਥਾ। ਹਉ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਮਾਝ ਰਾਗ ਦੇ ਵਿੱਚ, ਮੈਂ ਗੋਬਿੰਦ ਪਰਮੇਸ਼ਰ ਦੇ ਗੁਣ ਅਤੇ ਨਾਮ ਨੂੰ ਹੀ ਧਿਆਉਂਦਾ। ਨਾਮ ਵਾਹਿਗੁਰੂ 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 ਤੇ ਗੁਣ ਮੂਲ ਮੰਤਰ ਦੇ ਵਿੱਚ, ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਵਿੱਚ। ਗੁਰਾਂ ਦੀ ਸਤਸੰਗ ਵਿੱਚ ਮਿਲ ਕੇ ਮੈਂ ਮਨ ਵਿੱਚ ਨਾਮ ਦੀ ਪ੍ਰੀਤੀ ਵਸਾਈ ਹੈ ਪਹਿਲਾਂ, ਤੇ ਨਾਮ ਨਾਲ ਮੇਰਾ ਪਿਆਰ ਬਣ ਜਾਏ, ਨਾਮ ਤੋਂ ਮੈਂ ਵਿਛੜਾ ਨਾ ਕਦੇ। 96 ਅੰਗ ਦੇ ਉੱਤੇ ਮਹਾਰਾਜ ਬਖਸ਼ਿਸ਼ ਕਰਦੇ ਅੱਗੇ, ਹਰ ਪ੍ਰਭ ਆਗਮਾ ਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਓ। ਹੈ ਬਈ ਗੁਰਮੁਖੋ, ਵਾਹਿਗੁਰੂ ਅਕਾਲ ਪੁਰਖ ਜੋ ਹੈ ਨਾ, ਹਰੀ ਪ੍ਰਭੂ ਸੁਆਮੀ, ਜੋ ਮਾਲਕ ਸਾਰਿਆਂ ਦਾ, ਜੋ ਮਨ ਕਰਕੇ ਆਗਮ ਹੈ, ਅਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਉਸ ਵਾਹਿਗੁਰੂ ਦੇ ਨਾਮ ਰਸ ਨੂੰ ਮੈਂ ਸਤਿਗੁਰਾਂ ਦੇ ਨਾਲ ਮਿਲ ਕੇ ਪ੍ਰਾਪਤ ਕੀਤਾ ਹੈ। ਮੈਨੂੰ ਹੋਰ ਕਿਤੋਂ ਇਹ ਨਾਮ ਰਸ ਨਹੀਂ ਲੱਭਿਆ, ਗੁਰਾਂ ਦੀ ਕਿਰਪਾ ਨਾਲ ਮਿਲਿਆ। ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ। ਉਹ ਹਰੀ ਦਾ ਸੇਵਕ ਜਿਹੜਾ ਨਾ, ਰੱਬ ਦਾ ਪਿਆਰਾ ਸੇਵਕ ਜਨ, ਧੰਨਤਾ ਦੇ ਯੋਗ ਹੈ, ਸ਼ਾਬਾਸ਼ ਹੈ ਉਸ ਨੂੰ ਜਿਹਨੇ ਹਰੀ ਪ੍ਰਭੂ ਵਾਹਿਗੁਰੂ ਨੂੰ ਜਾਣਿਆ। ਉਸ ਜਨ ਦੇ ਕੋਲ ਜਾ ਕੇ ਮੈਂ ਵਾਹਿਗੁਰੂ ਦੀਆਂ ਗੱਲਾਂ ਪੁੱਛਦਾ, ਬਾਤਾਂ ਕਰਦਾ, ਹਰ ਦਰ ਕੀਆਂ ਬਾਤਾਂ ਪੁੱਛਦਾ ਉਹਨੂੰ ਮੈਂ ਜਾ ਕੇ, ਭਈ ਰੱਬ ਦੀ ਹੋਰ ਕੋਈ ਗੱਲ ਸੁਣਾ, ਕੋਈ ਹੋਰ ਸੁਣਾ। ਜੇ ਮੈਨੂੰ ਰੱਬ ਦੀਆਂ ਬਾਤਾਂ ਸੁਣਾਵੇ ਚੰਗੀਆਂ ਚੰਗੀਆਂ, ਫਿਰ ਮੈਂ ਉਹਦੀ ਸੇਵਾ ਕਰਦਾ। ਪਾਪ ਮਲੋਵਾ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਉਹ ਜਨ ਦੇ ਚਰਨਾਂ ਨੂੰ ਮੈਂ ਝਸਦਾ ਤੇ ਦੋਨੋਂ ਚਰਨ ਮਲ ਮਲ ਕੇ ਧੋਂਦਾ, ਤੇ ਹਰੀ ਜਨ ਨਾਲ ਮਿਲ ਕੇ ਹਰੀ ਨਾਮ ਰਸ ਪੀਂਦਾ। ਕੋਈ ਪੂਰਨ ਪੁਰਖ ਕਹਿੰਦੇ ਪਹਿਲਾਂ ਕਹਿ ਦਿੱਤਾ ਤੇ ਬਾਣੀ ਪੜ੍ਹਨ ਵਾਲਾ ਮਿਲੇ। ਸੋ ਇਹ ਨਹੀਂ ਕਿ ਜਿਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਾ ਨੇ ਲਿਖਿਆ ਜਾਂ ਮੈਨੂੰ ਦੱਸਿਆ ਸੀ, ਕਹਿੰਦੇ ਉਹ ਮੈਂ 12 ਸਾਲ ਨੂੰ ਉਹ ਸਾਧ ਨੂੰ, ਜਟਾਂ ਵਾਲੇ ਨੂੰ ਰੋਟੀ ਖਵਾਉਂਦਾ ਰਿਹਾ। 12 ਸਾਲਾਂ ਬਾਅਦ ਜਦ ਕਿਹਾ ਕੋਈ ਕਿਰਪਾ ਕਰੋ, ਤਾਂ ਕਹਿੰਦਾ ਆਖੇ ਪਿੰਡੇ ਤੇ ਸਵਾਹ ਮਾਲ ਪਹਿਲਾਂ, ਜਟਾਂ ਰੱਖ। ਕਹਿੰਦੇ ਮੈਂ ਕਿਹਾ 12 ਸਾਲਾਂ 'ਚ ਸਵਾਹ ਹੀ ਮਿਲੀ ਮੈਨੂੰ। ਇਸ ਕਰਕੇ ਇਹੋ ਜਿਹਾ ਨਹੀਂ ਸਾਨੂੰ ਚਾਹੀਦਾ ਜਿਹੜਾ ਸਾਨੂੰ ਸਵਾਹ ਦੇਵੇ, ਜਟਾਂ ਦੇਵੇ। ਸੰਤ ਕੋ ਰਹਿਤਵਾਨ ਗੁਰਮੁਖ ਮਿਲੇ, ਸਤਿਗੁਰ ਦਾਤਾ ਨਾਮ ਦਿੜਾਇਆ, ਵਡ ਭਾਗੀ ਗੁਰ ਦਰਸ਼ਨ ਪਾਇਆ। ਜਦੋਂ ਵੱਡਿਆਂ ਭਾਗਾਂ ਨਾਲ ਗੁਰਾਂ ਦੇ ਮੈਨੂੰ ਦਰਸ਼ਨ ਹੋਏ ਨਾ, ਤਾਂ ਸਤਿਗੁਰ ਦਾਤਿਆਂ ਨੇ ਹਰੀ ਨਾਮ ਦ੍ਰਿੜ ਕਰਵਾਤਾ ਮੈਨੂੰ, ਕਿਰਪਾ ਦ੍ਰਿਸ਼ਟੀ ਨਾਲ ਵੀ ਤੱਕਿਆ। ਇਹ ਨਹੀਂ ਕਿ ਗੁਰਾਂ ਦੇ ਮੁਖ ਵਿੱਚੋਂ ਬੋਲਿਆ ਹੋਇਆ ਵਾਹਿਗੁਰੂ ਛੋਟੀ ਜੀ ਗੱਲ ਨਹੀਂ। ਸਤਿਗੁਰੂ ਇੱਕ ਵਾਰ ਵਾਹਿਗੁਰੂ ਕਹਿ ਕੇ ਮੁਰਦਾ ਜਿਉਂਦਾ ਕਰ ਦਿੰਦੇ। ਕਮਾਈ ਕਮਾਈ ਦਾ ਫਰਕ ਹੁੰਦਾ। ਸੋ ਜਦੋਂ ਸਤਿਗੁਰਾਂ ਨੇ ਮੈਂ ਦਰਸ਼ਨ ਕੀਤੇ, ਗੁਰਾਂ ਨੇ ਮੈਨੂੰ ਕਿਹਾ ਕਹੋ ਵਾਹਿਗੁਰੂ, ਤਾਂ ਇੱਕੋ ਵਾਰੀ ਕਿਹਾ ਗੁਰਾਂ ਨੇ। ਆ ਪਿੱਛੇ ਜੇ ਕੋਈ ਹਰਿਮੰਦਰ ਸਾਹਿਬ ਕੋਈ ਗਿਆ ਸੀ ਟਰਾਂਟੋ ਤੋਂ ਭੁਜੰਗੀ, ਜਾ ਕੇ ਜਦ ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਬਾਹਰ ਨਿਕਲਿਆ, ਕਹਿੰਦਾ ਗੁਰੂ ਨਾਨਕ ਦੇਵ ਜੀ ਐ ਸਾਖਿਆਤ ਸਾਹਮਣੇ ਖੜੇ ਐ। ਕਹਿੰਦੇ 5 ਵਾਰੀ ਮੈਨੂੰ ਵਾਹਿਗੁਰੂ ਕਹਾ ਕੇ ਫਿਰ ਅਲੋਪ ਹੋ ਗਏ ਮਹਾਰਾਜ। ਇਸ ਕਰਕੇ ਸਤਿਗੁਰੂ ਤਾਂ ਆਪ ਸਿੱਖਾਂ ਨੂੰ ਬਖਸ਼ਿਸ਼ ਕਰਦੇ, ਨਾਮ ਦੀ ਦਾਤ, ਨਾਮ ਜਪਾਉਂਦੇ ਨੇ ਸਤਿਗੁਰੂ, ਕਿਰਪਾ ਕਰਦੇ ਨੇ। ਅੰਮ੍ਰਿਤ ਰਸ ਸਾਚੇ ਅੰਮ੍ਰਿਤ ਬੋਲੀ, ਗੁਰ ਪੂਰੈ ਅੰਮ੍ਰਿਤ ਲੀਚੈ ਜੀਓ। ਜੋ ਗੁਰੂ ਸੱਚ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦੇ ਨੇ ਪਹਿਲਾਂ ਆਪ, ਅਤੇ ਜਿਨ੍ਹਾਂ ਦੀ ਅੰਮ੍ਰਿਤ ਵਾਂਗੂ ਮਿੱਠੀ ਬੋਲੀ ਹੈ, ਬਾਣੀ ਜਿਨ੍ਹਾਂ ਦੀ, ਉਹਨਾਂ ਪੂਰਿਆਂ ਗੁਰਾਂ ਪਾਸੋਂ ਕਹਿੰਦੇ ਨਾਮ ਅੰਮ੍ਰਿਤ ਲੀਚਿਆ ਹੁੰਦਾ, ਲੈਣਾ ਕਰੋ। ਉਹਨਾਂ ਕੋਲੋਂ ਨਾਮ ਅੰਮ੍ਰਿਤ ਮੰਗ ਕੇ ਲਓ। ਕਿਸੇ ਸਤਿਗੁਰੂ ਜਿਹੜਾ ਨਾਮ ਤੁਸੀਂ ਜਪਦੇ ਹੋ, ਕਿਰਪਾ ਕਰਕੇ ਮੈਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਸਤ ਸੰਗਤ ਸਤਿਪੁਰਖ ਮਿਲਾਈਐ, ਮਿਲ ਸਤ ਸੰਗਤ ਹਰ ਨਾਮ ਧਿਆਈਐ। ਇਹ ਹਰੀ ਵਾਹਿਗੁਰੂ ਸਤਿਪੁਰਖਾਂ ਦੀ ਸਤ ਸੰਗਤ ਵਿੱਚ ਮਿਲਾਉਣਾ ਕਰੋ ਮੈਨੂੰ। ਆਮ ਜਿਹੜੇ ਐਸੇ ਵੈਸੇ ਲੋਕ ਨੇ, ਇਹਨਾਂ ਤੋਂ ਬਚਾ ਕੇ ਸਤ ਸੰਗਤ ਵਿੱਚ ਮਿਲਾ ਦਿਓ। ਜਿਸ ਸਤ ਸੰਗਤ ਨਾਲ ਮਿਲ ਕੇ ਹਰੀ ਨਾਮ ਨੂੰ ਧਿਆਉਣਾ ਕਰਾਂ ਮੈਂ ਵੀ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰੀਚੈ ਜੀਓ। ਹੇ ਹਰੀ, ਆਪ ਦੀ ਕਥਾ ਨੂੰ ਸੁਣਨਾ ਕਰਾਂ, ਇਹ ਕਿਰਪਾ ਕਰੋ। ਬਸ ਮੂੰਹ ਨਾਲ ਆਪ ਦੀ ਬਾਣੀ ਬੋਲੀ ਜਾਵਾਂ। ਜਿਵੇਂ ਵਸਿਸ਼ਠ ਮੁਨੀ ਜੀ ਨੇ ਬਾਬਾ ਹਰਨਾਮ ਸਿੰਘ ਨੂੰ ਕਿਹਾ ਸੀ ਵੀ ਆਪਣੀ ਸੰਗਤ ਨੂੰ ਇਹ ਗੱਲ ਜ਼ਰੂਰ ਕਿਹਾ ਕਰੋ ਵੀ ਜਦ ਕਥਾ ਸੁਣਦੇ ਆ ਤਾਂ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਿਆ ਕਰਨ।
ਕਿਉਂਕਿ ਇਹ ਅਸੂਲ ਹੈ ਕਥਾ ਸੁਣਦਿਆਂ, ਕੀਰਤਨ ਸੁਣਦਿਆਂ ਗੁਰਮੰਤਰ ਦਾ ਅਭਿਆਸ ਜ਼ਰੂਰ ਕਰਨਾ। ਤਾਈਓ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਤੇ ਗੁਰਸਿੱਖਿਆ ਅਨੁਸਾਰ ਹਰੀ ਨਾਮ ਵਿੱਚ ਮੇਰਾ ਮਨ ਪਰਚਿਆ ਰਵੇ, ਹਮੇਸ਼ਾ ਜੁੜਿਆ ਰਵੇ ਮੇਰਾ ਮਨ, ਗੁਰਮਤਿ ਹਰ ਨਾਮ ਪ੍ਰੀਚੈ ਜੀਓ। ਰਾਜ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹਉ ਵਾਰੀਆ। ਇਹ ਪਿਆਰੀਆਂ ਸਖੀਆਂ, ਪ੍ਰਮਾਤਮਾ ਦੇ ਨਾਮ ਜਪਣ ਵਾਲੇ ਬ੍ਰਹਮ ਗਿਆਨੀਓ, ਗੁਰਮੁਖੋ, ਆ ਕੇ ਤੁਸੀਂ ਮੇਰੇ ਨਾਲ ਮਿਲਣਾ ਕਰੋ, ਮੈਨੂੰ ਦਰਸ਼ਨ ਦਿਓ। ਤੁਸੀਂ ਕਿੱਥੇ ਅੰਦਰ ਛੁਪ ਕੇ ਬੈਠੇ ਹੋ? ਕਿਉਂਕਿ ਮੈਨੂੰ ਤਾਂ ਤੁਹਾਡਾ ਪਤਾ ਨਹੀਂ ਲੱਗਦਾ। ਰੱਬ ਦੇ ਪਿਆਰੇ ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦੇ, ਪਰ ਜੇ ਕੋਈ ਜਗਿਆਸੂ ਹੋਵੇ ਉਹਨੂੰ ਜ਼ਰੂਰ ਮਿਲ ਲੈਂਦੇ ਨੇ। ਮੇਰਾ ਪ੍ਰੀਤਮ ਜੋ ਪ੍ਰਮਾਤਮਾ, ਉਹਦੀ ਪ੍ਰਾਪਤੀ ਦਾ ਜੋ ਸੁੱਖ ਸੁਨੇਹਾ ਦੱਸੇ ਮੈਨੂੰ, ਮੈਂ ਉਸ ਗੁਰਮੁਖ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਂਦੀ ਹਾਂ ਉਸ ਤੋਂ ਮੈਂ। ਮਿਲ ਸਤ ਸੰਗਤ ਲੱਧਾ ਹਰ ਸੱਜਣ, ਔ ਸਤਿਗੁਰ ਵਿਟਹੁ ਕਮਾਈਆ ਜੀਓ। ਜਿਨ੍ਹਾਂ ਸਤਿਗੁਰਾਂ ਦੀ ਸਤ ਸੰਗਤ ਨਾਲ ਮਿਲ ਕੇ ਹਰੀ ਸੱਜਣ ਨੂੰ ਲੱਭ ਲਿਆ, ਉਹਨਾਂ ਸਤਿਗੁਰਾਂ ਉੱਪਰੋਂ ਮੈਂ ਬਲਿਹਾਰ ਕੁਰਬਾਨ ਜਾਂਦੀ ਹਾਂ। ਜਹ ਜਹ ਦੇਖਾਂ ਤਹ ਤਹ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ। ਜਿੱਥੇ ਜਿੱਥੇ ਮੈਂ ਵੇਖਦਾ ਉੱਥੇ ਉੱਥੇ ਹੀ ਸੁਆਮੀ ਪਰਮਾਤਮਾ ਹੁਣ ਮੈਨੂੰ ਨਜ਼ਰ ਆਉਣ ਲੱਗ ਪਿਆ, ਕਿਉਂਕਿ ਸਰਬ ਵਿਆਪਕ ਉਹਦੀ ਜੋਤ ਹੈ। ਕਹਿੰਦੇ ਤੂੰ ਵੀ ਇਉਂ ਨਿਸ਼ਚਾ ਕਰਕੇ ਉਹ ਅੰਤਰਜਾਮੀ ਜਿਹੜਾ ਨਾ ਸਾਰਿਆਂ ਦਿਲਾਂ ਦਿਲਾਂ ਦੇ ਵਿੱਚ ਬੈਠਾ, ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਓ। ਧੰਨ ਹਨ ਪੂਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਹਰੀ ਨੂੰ ਮੇਰੇ ਹਿਰਦੇ 'ਚ ਹੀ ਦਿਖਾਤਾ, ਨਾਲ ਹੀ ਵਿਖਾਤਾ। ਕਹਿੰਦੇ ਤੇਰੇ ਅੰਦਰ ਤਾਂ ਹੈ, ਕਿੱਥੇ ਤੁਰਿਆ ਫਿਰਦਾ ਬਾਹਰ ਭਟਕਦਾ। ਇਸੇ ਕਰਕੇ ਮੈਂ ਸਤਿਗੁਰਾਂ ਦੇ ਉੱਪਰੋਂ ਸਦਾ ਹੀ ਕੁਰਬਾਨ ਜਾਵਾਂ, ਜਿਹਨੇ ਇੰਨੀ ਵੱਡੀ ਕਿਰਪਾ ਕਰਤੀ ਕਿ ਮੈਨੂੰ ਅੰਦਰ ਹੀ ਜੋਤ ਦਿਖਾਤੀ ਆਪਣੀ, ਫਿਰ ਸਾਰੇ ਕਿਤੇ ਵਿਆਪਕ ਦਿਖਾਤੀ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਬਾਈਆ। ਸਾਰਿਆਂ ਵਿੱਚ ਪਵਨ ਤੱਤ ਵੀ ਇੱਕੋ ਹੀ ਆ, ਸਾਰਿਆਂ ਵਿੱਚ ਮਿੱਟੀ ਤੱਤ ਵੀ ਇੱਕੋ ਹੀ ਆ, ਸਾਰਿਆਂ ਦੇ ਵਿੱਚ ਜਲ ਤੱਤ ਵੀ ਇੱਕੋ ਹੀ ਆ, ਸਾਰਿਆਂ ਵਿੱਚ ਅਗਨੀ ਤੱਤ ਵੀ ਇੱਕੋ ਹੀ ਆ, ਸਾਰਿਆਂ ਵਿੱਚ ਆਕਾਸ਼ ਤੱਤ ਵੀ ਇੱਕੋ ਹੀ ਆ, ਤੇ ਪ੍ਰਮਾਤਮਾ ਦੀ ਜੋਤ ਚੇਤਨ ਸੱਤਾ ਸਾਰਿਆਂ ਵਿੱਚ ਇੱਕੋ ਹੀ ਹੈ। ਦੁਨੀਆ ਵਿੱਚ ਜਿੰਨਾ ਕੁਛ ਹੈ ਪੰਜਾਂ ਤੱਤਾਂ ਤੋਂ ਹੀ ਬਣਿਆ ਹੋਇਆ, ਸਾਰਿਆਂ ਵਿੱਚ ਜੋਤ ਵਰਤਦੀ ਹੈ। ਸਭ ਇੱਕਾ ਜੋਤ ਵਰਤੈ, ਭਿੰਨ ਭਿੰਨ ਨਾ ਰਲੀ ਕਿਸੈ ਦੀ ਰਲਾਈਆ। ਭਾਵੇਂ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਚੇਤਨ ਸੱਤਾ ਵਰਤ ਰਹੀ ਹੈ, ਪਰ ਪਰਾਲਬਧ ਸਾਰਿਆਂ ਦੀ ਜੁਦਾ ਜੁਦਾ ਵੱਖਰੀ ਵੱਖਰੀ ਹੈ। ਅੰਤःਕਰਨ ਸਾਰਿਆਂ ਦੇ ਭਿੰਨ ਭਿੰਨ ਨੇ, ਦਸਤਾਰ, ਗੁਫਤਾਰ, ਰਫਤਾਰ, ਇਹ ਸਾਰਿਆਂ ਦੇ ਭਿੰਨ ਭਿੰਨ ਨੇ। ਕਿਉਂਕਿ ਨਾ ਰਲਈ ਕਿਸੇ ਦੀ ਰਲਾਈ ਆ, ਪਰਾਲਬਧ ਇੱਕ ਦੂਜੇ ਨਾਲ ਕਿਸੇ ਦੀ ਰਲਾਈ ਹੋਈ ਰਲਦੀ ਨਹੀਂ। ਇਹ ਸਾਰੀਆਂ ਚੀਜ਼ਾਂ ਕਿਸੇ ਦੀਆਂ ਇੱਕ ਦੂਜੇ ਨਾਲ ਰਲਾਈਆਂ ਹੋਈਆਂ ਨਹੀਂ, ਰਲਦੀਆਂ ਆਪਸੀ। ਖਿਆਲਾਤ ਹੀ ਥੋੜ੍ਹੇ ਜਿਹੇ ਵੱਖਰੇ ਹੋ ਜਾਂਦੇ ਨੇ। ਪਰ ਮੈਨੂੰ ਗੁਰਾਂ ਦੀ ਕਿਰਪਾ ਹੋ ਗਈ, ਇਹ ਜਿਹੜਾ ਸੀ ਪੜਦਾ ਪਿਆ ਹੋਇਆ, ਇਹ ਜਿਹੜੀ ਵੱਖਰੇਵਾਂ ਦਿਖਦਾ ਸੀ ਮੈਨੂੰ, ਮੇਰੇ ਅੱਖਾਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਸੀ, ਜਿਸ ਕਰਕੇ ਅਲੱਗ-ਅਲੱਗ ਨਜ਼ਰ ਆਉਂਦਾ ਸੀ। ਸੋ ਵਿਖੇਪਤਾ ਕਹਿੰਦੇ ਵੱਖਰਾਪੁਣਾ ਦਿਖਣਾ। ਗੁਰ ਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰ ਵਿਟਹੁ ਬਤਾਇਆ ਜੀਓ। ਸਤਿਗੁਰ ਦੀ ਕਿਰਪਾ ਨਾਲ ਮੈਨੂੰ ਤਾਂ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਨਿਗਾਹ ਆ ਗਿਆ ਹੈ। ਇਸ ਲਈ ਮੈਂ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਕੁਰਬਾਨ ਜਾਵਾਂ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ। ਇਹ ਭਾਈ ਗੁਰੂ ਸਾਹਿਬ ਜੀ ਅੰਮ੍ਰਿਤ ਵਾਂਗੂ ਮਿੱਠੀ ਬਾਣੀ ਬੋਲਦੇ ਨੇ, ਇਸੇ ਕਰਕੇ ਗੁਰਸਿੱਖਾਂ ਦੇ ਮਨ ਵਿੱਚ ਉਹ ਬਾਣੀ ਚੰਗੀ ਲੱਗਦੀ, ਭਾਉਂਦੀ ਹੈ, ਕਿਉਂਕਿ ਗੁਰਾਂ ਦੀ ਬਾਣੀ ਸਾਰੀ ਮਿਠਾਸ ਭਰੀ ਹੈ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਗੁਰ ਤੋਂ ਭਾਵ ਪੂਜਨੀਕ ਪੂਰੇ ਸਤਿਗੁਰੂ ਪਿੱਛੇ ਵੀ ਸਿੱਖਾਂ ਨੂੰ ਉਪਦੇਸ਼ ਕਰਦੇ ਸਨ। ਹੁਣ ਵੀ ਗੁਰੂ ਪੂਜਨੀਕ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਸਿੱਖਾਂ ਉੱਤੇ ਪਰਉਪਕਾਰ ਵਾਲਾ ਕਰਮ ਕਰਦੇ, ਹੁਣ ਵੀ ਕਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਦਾ ਹੀ ਸਾਡੇ ਤੇ ਬਖਸ਼ਿਸ਼ ਰਹਿੰਦੀ ਹੈ। ਸਤ ਚੌਪਦੇ ਮਹੱਲੇ ਚੌਥੇ ਕੇ, ਚੌਥੇ ਮਹੱਲੇ ਤੋਂ ਭਾਵ ਚੌਥੇ ਪਾਤਸ਼ਾਹ ਮਹਾਰਾਜ ਦੇ 4-4 ਪਦਿਆਂ ਵਾਲੇ ਇੱਥੋਂ ਤੱਕ 7 ਸ਼ਬਦ ਆਏ ਨੇ ਕੁੱਲ। ਮਾਝ ਮਹੱਲਾ ਪੰਜਵਾ, ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ,
ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਸੋ ਇਹ ਜਿਹੜਾ ਬਿਰਹੋਂ ਵਿਛੋੜੇ ਦਾ ਸ਼ਬਦ ਹੈ, ਭਾਵ ਬਿਰਹੋਂ ਤੋਂ ਬਾਅਦ ਮਿਲਾਪ ਦਾ ਸ਼ਬਦ ਸਤਿਗੁਰਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਬੈਠਿਆਂ ਉਦਾਸੀ ਰੂਪ ਵਿੱਚ 4 ਚਿੱਠੀਆਂ ਰੂਪ ਵਿੱਚ ਉਚਾਰਨਾ ਕੀਤਾ ਸੀ। ਮਾਝ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਚੌ ਪਦੇ 4-4 ਪੌੜੀਆਂ ਦਾ ਸ਼ਬਦ, 4 ਪੌੜੀਆਂ ਦਾ ਕੁੱਲ ਘਰ ਪਹਿਲਾ, ਪਹਿਲੇ ਘਰ ਸੁਰਤਾਰ ਗਾਉਣ ਦਾ ਹੁਕਮ ਹੈ। ਸੋ ਜਦੋਂ ਜਿਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਵੱਡੇ ਭਰਾਤਾ ਭਾਈ ਸੰਘਾਰੀ ਮੱਲ ਜੀ ਉਹਨਾਂ ਨੇ ਲਾਹੌਰੋਂ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀ ਪਾਸ ਬੇਨਤੀ ਕੀਤੀ ਕਿ ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਮੇਰੀ ਪ੍ਰਾਰਥਨਾ ਪ੍ਰਵਾਨ ਕਰਕੇ ਗ੍ਰਹਿ ਵਿਖੇ ਚਰਨ ਪਾਓ, ਆਪ ਕਿਰਪਾ ਕਰਕੇ ਮੇਰਾ ਕਾਰਜ ਚੰਗੀ ਤਰ੍ਹਾਂ ਨਿਭ ਜਾਵੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਚੁੱਪ ਰਹੇ, ਫਿਰ ਬਚਨ ਕਿਹਾ, ਭਰਾਤਾ ਜੀ ਤੁਹਾਡਾ ਕਹਿਣਾ ਤਾਂ ਠੀਕ ਹੈ, ਪਰ ਇਹ 'ਚ ਇੱਕ ਮੁਸ਼ਕਿਲ ਹੈ, ਜੇ ਅਸੀਂ ਤੁਹਾਡੇ ਨਾਲ ਚਲੇ ਗਏ ਸੰਗਤਾਂ ਵੀ ਸਾਡੇ ਪਿੱਛੇ ਲਾਹੌਰ ਜਾਣਗੀਆਂ। ਸੋ ਅਸੀਂ ਇਹ ਕਹਿੰਦੇ ਹਾਂ ਕਿ ਵਿਆਹ ਦੇ ਸਮੇਂ ਤਾਂ ਜਾਨੀਆਂ ਮਾਨੀਆਂ ਦੀ ਬੜੀ ਭੀੜ ਹੋਣੀ ਹੈ, ਤੇ ਇਸ ਲਈ ਤੁਸੀਂ ਸੰਗਤ ਨੂੰ ਸਾਂਭੋਗੇ ਜਾਂ ਫਿਰ ਵਿਆਹ ਦੇ ਕਾਰਜ ਕਰੋਗੇ ਆਪਣੇ। ਇਸ ਕਰਕੇ ਸਾਡਾ ਕਹਿਣਾ ਮੰਨ ਕੇ ਸਾਨੂੰ ਨਾ ਲਿਜਾਓ, ਇੱਥੇ ਰਹਿਣ ਦਿਓ ਤੇ ਸਾਡੇ ਵੱਡੇ ਸਪੁੱਤਰ ਪਿਰਥੀ ਚੰਦ ਨੂੰ ਆਪਣੇ ਨਾਲ ਲੈ ਜਾਓ, ਸਾਰੇ ਕਾਰਜ ਰਾਸ ਹੋ ਜਾਣਗੇ। ਭਾਈ ਸੰਹਾਰੀ ਮੱਲ ਜੀ ਕਹਿਣਾ ਮੰਨ ਗਏ ਤੇ ਸਤ ਬਚਨ ਕਰਦਿਆਂ ਕਿਹਾ ਜਿਵੇਂ ਆਪ ਜੀ ਦਾ ਹੁਕਮ ਹੋਵੇ। ਤਾਂ ਉਸ ਵੇਲੇ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਜਿਸ ਵੇਲੇ ਆਇਆ ਤਾਂ ਕਿਹਾ, ਪੁੱਤਰ ਜੀ ਆਪ ਜੀ ਤਾਇਆ ਜੀ ਤੁਹਾਡੇ ਆਏ ਨੇ, ਲਾਹੌਰੋਂ ਚੱਲ ਕੇ ਆਏ ਨੇ ਇੱਥੇ ਆਪਣੇ ਕੋਲ ਬੜੇ ਮਾਣ ਨਾਲ। ਸੋ ਇਸ ਵਿਆਹ ਦੇ ਸਮੇਂ ਤੇ ਸਾਡਾ ਜਾਣਾ ਮੁਸ਼ਕਲ ਹੈ, ਕਿਉਂਕਿ ਸੰਗਤ ਬਹੁਤੀ ਹੁੰਦੀ, ਖਰਚਾ ਇਹਨਾਂ ਦਾ ਬਹੁਤ ਹੋ ਜਾਣਾ, ਇਹਨਾਂ ਨੇ ਕਰਜ਼ਾਈ ਹੋ ਜਾਣਾ। ਫਿਰ ਤੁਸੀਂ ਤਾਇਆ ਜੀ ਨਾਲ ਜਾ ਕੇ ਵਿਆਹ ਦਾ ਕੰਮ ਸਾਰਾ ਨਿਭਾ ਕੇ ਆਓ, ਤੁਸੀਂ ਸਿਆਣੇ ਹੋ, ਵੱਡੇ ਹੋ। ਪਰ ਇੱਧਰ ਤਾਂ ਹੋਰ ਹੀ ਰੰਗ ਵਰਤ ਗਏ, ਕਿਉਂਕਿ 24 ਘੰਟੇ ਮਾਇਆ ਵਿੱਚ ਮਨ ਫਸਿਆ ਹੋਇਆ ਪਿਰਥੀਏ ਦਾ। ਮਾਇਆ ਦਾ ਲਾਲਚ ਬਹੁਤ ਬੁਰਾ ਹੁੰਦਾ। ਸੋ ਇਹ ਤਾਂ ਗੁਰੂ ਪੀਰ ਮਾਤਾ ਪਿਤਾ ਦਾ ਸਤਿਕਾਰ ਤੇ ਉਹਨਾਂ ਦਾ ਆਗਿਆ ਮੰਨਣ ਦੇ ਫਰਜ਼ ਨੂੰ ਵੀ ਭੁਲਾ ਦਿੰਦਾ। ਸੋ ਇਸੇ ਕਾਰਨ ਕਰਕੇ ਪਿਰਥੀ ਚੰਦ ਦੇ ਉੱਪਰ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਬਚਨ ਤਾਂ ਮੰਨਣਾ ਕਿਤੇ ਰਿਹਾ, ਸਾਫ਼ ਹੀ ਜਵਾਬ ਦੇ ਤਾ, ਮੈਂ ਨਹੀਂ ਜਾ ਸਕਦਾ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਤੂੰ ਹੀ ਘਰ 'ਚ ਵੱਡਾ ਹੈ, ਇਸ ਲਈ ਸਾਡੀ ਥਾਂ ਤੇਰਾ ਜਾਣਾ ਬਣਦਾ, ਨਾ ਕਰ, ਜਾ ਕੇ ਸਾਰਾ ਕੰਮ ਨਿਭਾ ਉੱਥੇ। ਪਰ ਫਿਰ ਵੀ ਪਿਰਥੀ ਚੰਦ ਨੇ ਜਵਾਬ ਦੇਤਾ, ਨਾ ਕਰਤੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤੀਸਰੀ ਵਾਰ ਜ਼ੋਰ ਦੇ ਕੇ ਕਿਹਾ, ਪੁੱਤਰ ਸਾਡਾ ਕਿਹਾ ਨਾ ਮੋੜ, ਤੈਨੂੰ ਤਾਇਆ ਜੀ ਨਾਲ ਲਾਹੌਰ ਜ਼ਰੂਰ ਜਾਣਾ ਪੈਣਾ, ਉੱਥੇ ਜਾ ਕੇ ਸਾਰੇ ਕਰਮ ਕਰਨੇ ਨੇ। ਪਰ ਇੱਧਰ ਤਾਂ ਹੋਰ ਹੀ ਮਨੋਭਾਵ ਸੀ, ਜੋ ਕੁਝ ਅੰਦਰ ਸੀ ਉਹ ਹੁਣ ਤੀਸਰੀ ਵਾਰੀ ਕਹਿਣ ਕਰਕੇ ਬਾਹਰ ਆ ਗਿਆ। ਕਹਿਣ ਲੱਗਿਆ, ਪਿਤਾ ਜੀ ਸੰਗਤਾਂ ਦੀ ਆਵਾਜਾਈ ਕਾਫੀ ਰਹਿੰਦੀ ਹੈ, ਜਿਸ ਕਰਕੇ ਭੇਟਾ ਵੀ ਕਾਫੀ ਆਉਂਦੀ ਹੈ, ਤੇ ਉਹ ਸੰਭਾਲਣੀ ਹੁੰਦੀ ਹੈ, ਮੇਰੇ ਸਿਰ ਬਹੁਤ ਸਾਰੇ ਕੰਮਕਾਰ ਨੇ, ਇਸ ਲਈ ਮੈਂ ਤਾਂ ਕਿਸੇ ਹਾਲਤ 'ਚ ਜਾ ਨਹੀਂ ਸਕਦਾ। ਤੇ ਨਾਲੇ ਮੈਂ ਸੰਗਤ ਨੂੰ ਦੇਖੋ ਜੀ ਲੰਗਰ ਵੀ ਛਕਾਉਣੇ ਆ ਅਸੀਂ, ਉਹ ਵੀ ਇੰਤਜ਼ਾਮ ਕਰਨੇ ਨੇ, ਮੰਜੇ ਬਿਸਤਰੇ ਵੀ ਦੇਣੇ ਹੁੰਦੇ ਨੇ। ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਹੀ ਸਾਰਾ ਕੰਮ ਚਲਾਉਂਦਾ। ਕਹਿੰਦਾ ਕਿਰਪਾ ਕਰਕੇ ਦੂਸਰਿਆਂ ਨੂੰ ਭੇਜ ਦਿਓ, ਮਹਾਦੇਵ ਜੀ ਨੂੰ ਭੇਜ ਦਿਓ। ਜਦੋਂ ਸਾਫ਼ ਹੀ ਜਵਾਬ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਕਾਰਲੇ ਪੁੱਤਰ ਮਹਾਦੇਵ ਜੀ ਨੂੰ ਬੁਲਾਇਆ। ਕਹਿਣ ਲੱਗੇ, ਪੁੱਤਰ ਜੀ ਤੁਸੀਂ ਜਾਓ ਤਾਇਆ ਜੀ ਨਾਲ, ਸਾਰਾ ਕੰਮ ਤੁਸੀਂ ਕਰਵਾਇਓ ਜਾ ਕੇ। ਉਸ ਵਕਤ ਮਹਾਦੇਵ ਜੀ ਸਤਿਗੁਰਾਂ ਦੀ ਕਸਵੱਟੀ 'ਚ ਪੂਰੇ ਨਾ ਉਤਰ ਸਕੇ, ਅਲਮਸਤ ਰਹਿੰਦੇ ਸੀ ਹਮੇਸ਼ਾ। ਸਤਿਗੁਰੂ ਰੂਪ ਪਿਤਾ ਦਾ ਬਚਨ ਨਾ ਮੰਨਿਆ। ਕਹਿੰਦੇ ਜੀ ਕੌਣ ਤਾਇਆ, ਕੌਣ ਚਾਚਾ, ਕੌਣ, ਬਸ ਆਨੰਦ ਹੈ ਸਭ, ਕੋਈ ਰਿਸ਼ਤੇਦਾਰੀ ਨਹੀਂ ਹੁੰਦੀ। ਬ੍ਰਹਮ ਗਿਆਨੀ ਬਣ ਗਏ ਉਸੇ ਵਕਤ। ਇਹਨਾਂ ਦੋਹਾਂ ਨੂੰ ਪਰਖ ਕੇ ਅਖੀਰ ਆਗਿਆਕਾਰੀ ਸ਼ਾਂਤ ਸਰੂਪ ਸਰਵਗੁਣਾ ਸੰਪੰਨ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾਵਾ ਭੇਜਿਆ। ਪਿਤਾ ਜੀ ਦਾ ਸੁਨੇਹਾ ਮਿਲਦਿਆਂ ਸਾਰਿਆਂ ਕੰਮਾਂ ਨੂੰ ਵਿੱਚ ਹੀ ਛੱਡ ਕੇ ਪਹੁੰਚ ਕੇ ਦੌੜ ਕੇ ਆਏ ਸਤਿਗੁਰਾਂ ਪਾਸ। ਹਾਂ ਜੀ ਪਿਤਾ ਜੀ ਹੁਕਮ। ਪਿਤਾ ਜੀ ਨੂੰ ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਰੂਪ ਨਿਸ਼ਚੈ ਕਰਦਿਆਂ ਕੋਲ ਆਏ ਸੀ, ਇਹ ਨਹੀਂ ਕਿ ਮੇਰਾ ਪਿਤਾ ਹੈ। ਬਹੁਤੇ ਸਤਿਕਾਰ ਨਾਲ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕਿਆ, ਫਿਰ ਉੱਠ ਕੇ ਤਾਇਆ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ ਆਪ ਦਾ ਸੁਭਾਅ ਦੇਖ ਕੇ ਸੰਹਾਰੀ ਮੱਲ ਦੇ ਮਨ ਵਿੱਚ ਕੁਝ ਆਸ ਹੋਈ ਕਿ ਇਹ ਪਿਤਾ ਜੀ ਦਾ ਕਿਹਾ ਮੰਨ ਕੇ ਮੇਰੇ ਨਾਲ ਚੱਲ ਪੈਣਗੇ। ਇਹਨੇ ਨੂੰ ਜਦ ਹੱਥ ਜੋੜ ਕੇ ਸਾਹਮਣੇ ਖੜੇ ਹੋਏ ਤਾਂ ਸਤਿਗੁਰਾਂ ਨੇ ਕਿਹਾ, ਪੁੱਤਰ ਜੀ ਤਾਇਆ ਜੀ ਨਾਲ ਲਾਹੌਰ ਜਾ ਕੇ ਵਿਆਹ ਦਾ ਕਾਰਜ ਤੁਸੀਂ ਨਿਭਾ ਕੇ ਆਉਣਾ। ਇੱਧਰ ਤਾਂ ਆਗਿਆ ਦਾ ਮੰਨਣਾ ਹੀ ਅਸਲ ਮਨੋਰਥ ਹੁੰਦਾ। ਵੱਡਿਆਂ ਭਰਾਵਾਂ ਵਾਂਗ ਮੂੰਹੋਂ ਨਹੀਂ ਨਾ ਨਿਕਲੀ ਵੀ ਮੈਂ ਨਹੀਂ ਜਾਣਾ ਜੀ। ਨਮਸਕਾਰ ਕਰਦਿਆਂ ਕਿਹਾ ਜਿਵੇਂ ਆਪ ਦਾ ਹੁਕਮ ਹੋਵੇ। ਜਿਸ ਵੇਲੇ ਆਗਿਆ ਅਨੁਸਾਰ ਜਾਣ ਲੱਗੇ ਤਾਂ ਆਵਾਜ਼ ਦੇ ਕੇ ਖਿਲਾਰ ਲਿਆ।
क्योंकि पहले ही सतगुरां ने गुरता गद्दी बख्शण का संकल्प ही किया होया सी। हुण प्रीखिया का वेला सी, पर एक जवाब सतगुरु ने इउं दिता सी पंजवें पातशाह ने, जिवें सूरज प्रकाश विच कथा च आवेगा। गुरु अर्जन देव जी ने कहा सी कि पिता जी ये तो विआह ते जाना है, जे किते सिर देण भी जाना होवे ना जी तो मैं तुहाडा वचन मन के जाऊंगा, मैं सिर भी देण नूं तैयार हां। उदों सारी संगत नूं पता लग गया सी कि कौन है आग्याकारी ते किहनूं अगे बख्शिश होनी है। उस वक्त प्रीखिया का वेला जान के फिर कहा, पुत्र दूसरा वचन है जदों तक असीं तुहानूं वापस ना बुलाईए उदों तक वापस अंम੍ਰਿਤਸਰ नहीं आउणा। सत वचन पिता जी। मन विच थोड़ा जिहा भी संकल्प नहीं लिआंदा कि मैनूं तोड़ रहे ने, पता नहीं कदों आउणा है। बहुत खुशी खुशी गुरु रामदास महाराज सच्चे पातशाह मत्था टेक के और माता जी कोलों आग्या लैके बीबी भानी जी पासों गुरु के महल विच आए। घर विच आके माता ने दस्सिया कि मैं पिता जी दा हुक्म अनुसार ताया जी दे नाल उन्हां दे लड़के दे विआह ते जा रहा, भाव अपने भराता दे विआह ते। ਇਹ गल सुनदियां सार प्रेम भरियां सीसां दित्तियां। माता ने कहा, पुत्र जी तू धन है, धनता दे योग है, तू सोड़ बंस दी रख दिखाई। भरी संगत विच दोनां ने जवाब देता वड्डियां ने, जे तू भी अज वड्डियां पुत्रां वांग पिता दा कहा ना मनदा तां गुरता गद्दी सोड़ बंस तो बाहर चली जानी। इस प्रकार माता जी नूं फिर रोम रोम खुश देख करके स्थित होकर असीसां दित्तियां, क्योंकि पहला जवाब हुंदे जो आए श्री चंद जी लक्ष्मी दास करके अगे दासू ते दातू हुणे भी यही जवाब दिंदे आउंदे सी। बाबा मोहन जी ते मोहरी जी तां मन गए सी। इस तरह थोड़ा जिहा हुंदा कि किते सारे ही ना जवाब देण, आग्याकारी रहना चाहिए। बीबी भानी तां वचन लिया होया सी कि सोड़ बंस विच गुरता गद्दी रहे। इस प्रकार माता जी ने आप नूं बहुत असीसां दित्तियां। कहंदे तैनूं निमख मात्र भी वाहिगुरू दा नाम ना विसरे, सदा ही नाम जपदा रहें, गुरु नानक पातशाह ते अंग संग सहाई होवे। जदों गुरु अर्जन देव जी फिर गुरता गद्दी ते विराजमान होए सी, उदों ताईयों फिर ये शब्द उच्चारण किया कि माता जी ने मैनूं ये उपदेश दिता सी कि जिस सिमरत सब किल विख नासै, पितरी होए उधारो, सो हर हर तुम सद ही जपो, जाका अंत न पारो, पूता माता की आशीष, निमख न बिसरो तुमको हर हर सदा भजो जगदीश। सो इस तरह दियां माता जी पासों असीसां लैके आप ताया जी नाल लाहौर वल चल पे। लाहौर विच जाके पिता रूप गुरां दी बख्शिश ते माता जी दीआं असीसां दा सदका विआह दा कारज बहुत योगता नाल निभाया। समर्था सी सारी होई विच। विआह दे कारज उपरंत पिता दी आग्या अनुसार वापस ਅੰਮ੍ਰਿਤਸਰ साहब ना आए। सो उत्थे लाहौर विच ही दीवानखाने रह के अपने पवित्र बचनां द्वारा लाहौर दीआं संगतां नूं निहाल ते करतार्थ करदे रहे। इस तरह पिता सतगुरां दे विछोड़े विच बेबल होया मसां 7-8 महीने बिताए। एक दिन विछोड़े का दुख ना सहारदे होए अति उदास हो गए अते कोठे उपर चढ़ के ਅੰਮ੍ਰਿਤਸਰ का राह देखण लग जाया करन। कोई आ रहा, कोई आ रहा। तकदियां तकदियां अखां विचों जाल आ जाया करे कि पिता जी तां कहंदे सी भेजांगे बंदा, बंदा कोई भेजिया ही नहीं है। जदों गुरता गद्दी ते विराजमान होए सी तां संगत नूं दसदियां कहंदे हुंदे कि मैं कोठे ते चढ़ जाना, ਅੰਮ੍ਰਿਤਸਰ ਸਾਹਿਬ ਦਾ ਰਸਤਾ ਦੇਖੀ ਜਾਣਾ, ਦਹਿ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹੁ ਨਹਿਨਾ ਫਿਰ ਪਰਦੇਸ ਸਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਤਾਂ 4 ਚਿੱਠੀਆਂ ਫਿਰ ਪ੍ਰਾਪਤ ਹੋਈਆਂ। ਕਿਉਂ ਵਿਸਰੈ ਹੋ ਲਾਲ ਪਿਆਰੋ, ਸਰਬ ਗੁਣਾ ਸੁਖ ਦਾਇਓ, ਮੰਦਰ ਚਰ ਕੈ ਪੰਥ ਨਿਹਾਰੋ, नैन नीर भर आयो। कहने मैं कोठे ते खड़ा होके देखना कोई रात आ रहा मैनू लैन, कोई लैन कोई सिख आ रहा। उड़ीकदियां अखां चों जाल आ जाना भी अज भी नहीं आया कोई, अज भी नहीं आया कोई। महाराज सच्चे पातशाह ने उत्थे ही शब्द बाद विच दस्सिया संगत नूं, ਉਹੀ शब्द उचारिया मिल मेरे प्रीतमा जीओ तुझ मैन खरी निमाणी। ये शब्द भी महाराज ने गौड़ी राग दे च उचारण किया है। इस तरह काफ़ी समा ਅੰਮ੍ਰਿਤਸਰ ਸਾਹਿਬ ਦਾ ਰਾਹ ਤੱਕਦਿਆਂ बीत गया। किसी के आउण की जद उक्का ही आस ना रही, उस तरह ही अखियां जल नाल भरियां भरियां थले उतरे आए। मन विच वैराग बहुत है, पर माता पिता का हुक्म जिहड़ा सिर मत्थे मंनिया, अपने आप नहीं आउण दा हुक्म सी। इस करके इस तरह उदासी विच ही पूरा साल बीत गया, पर संदेशा ना आया। आखिर रह ना सके, कागज कलम लैके विरागमई शब्द रूप पहली चिट्ठी पिता गुरु रामदास साहब महाराज नूं जो लिखी
ਉਹ ਬਾਅਦ ਵਿੱਚ ਫਿਰ ਸ਼ਬਦ ਰੂਪ ਬਣ ਗਈ। ਪਹਿਲਿਆਂ ਪਦਿਆਂ ਵਿੱਚ ਤਿੰਨਾਂ 'ਚ ਨਾਨਕ ਨਾਮ ਨਹੀਂ ਆਉਂਦਾ, ਇਸੇ ਕਰਕੇ ਬਾਅਦ ਵਾਲੇ ਪਦੇ 'ਚ ਅਖੀਰ 'ਚ ਨਾਨਕ ਨਾਮ ਆਉਂਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਮੇਰਾ ਮਨ ਬਹੁਤਾ ਹੀ ਲੋਚੈ ਤੋਂ ਭਾਵ ਚਾਹੁੰਦਾ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਜਿਸ ਤਰ੍ਹਾਂ ਚਾਤ੍ਰਿਕ ਜਿਹੜਾ ਬਬੀਹਾ ਸਵੰਤੀ ਬੂੰਦ ਦੀ ਪ੍ਰਾਪਤੀ ਲਈ ਪ੍ਰਿਓ 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 ਕਰਕੇ ਬਿਰਲਾਪ ਕਰਦਾ ਹੈ, ਸੋ ਉਸ ਚਾਤ੍ਰਿਕ ਦੀ ਨਿਆਈ ਜਿਹੜਾ ਮੇਰਾ ਮਨ ਆਪ ਦੇ ਦਰਸ਼ਨਾਂ ਲਈ ਬਹੁਤ ਬਿਰਲਾਪ ਕਰ ਰਿਹਾ ਹੈ। ਨਾ ਤਾਂ ਮੈਨੂੰ ਨੀਂਦ ਆਉਂਦੀ ਹੈ, ਨਾ ਮੈਨੂੰ ਚੈਨ ਆਉਂਦਾ, ਨਾ ਰੋਟੀ ਸਵਾਦ ਲੱਗਦੀ ਹੈ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ। ਹੌਂਕੇ ਲੈ ਲੈ ਕੇ ਮਾਰਿਆ, ਨਾ ਪਾਣੀ ਚੰਗਾ ਲੱਗਦਾ, ਨਾ ਰੋਟੀ, ਨਾ ਨੀਂਦ ਆਉਂਦੀ ਹੈ। ਸੋ ਦਿਨੋਂ ਦਿਨ ਸਰੀਰ ਘਟਦਾ ਹੀ ਜਾ ਰਿਹਾ ਹੈ ਬਰਾਗ ਦੇ ਵਿੱਚ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਸ਼ਾਂਤ ਆਤਮਾ ਪਿਆਰੇ ਸਤਿਗੁਰੂ ਜੀ ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਦਰਸ਼ਨਾਂ ਦੀ ਜਿਹੜੀ ਤ੍ਰੇਹ ਹੈ ਨਾ, ਤ੍ਰਿਖਾ ਤੋਂ ਭਾਵ ਪਿਆਸ ਜਿਹੜੀ ਉਤਰਦੀ ਨਹੀਂ, ਜਿਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਹਉ ਘੋਲੇ ਜੀਉ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ। ਇਹ ਸੰਤਾਂ ਦੇ ਪਿਆਰੇ ਸਤਿਗੁਰੂ ਜੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਇਹ ਸਤਿਗੁਰੂ, ਮੈਂ ਆਪ ਦੇ ਦਰਸ਼ਨਾਂ ਤੋਂ ਘੋਲ ਘਮਾਈ, ਵਾਰਨੇ ਫੇਰਨੇ ਜਾਵਾਂ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, ਹੈ ਗੁਰੂ ਰਾਮਦਾਸ ਸਾਹਿਬ ਜੀ, ਮੈਂ ਮਨ ਕਰਕੇ ਵੀ ਆਪ ਤੋਂ ਘੋਲੀ ਹੁੰਦਾ, ਵਾਰਨੇ ਫੇਰਨੇ ਜਾਂਦਾ, ਬਾਣੀ ਕਰਕੇ ਵੀ ਵਾਰਨੇ ਫੇਰਨੇ ਜਾਂਦਾ, ਘੁਮਾਈ ਹੁੰਦਾ, ਸਰੀਰ ਕਰਕੇ ਵੀ ਆਪ ਹੀ ਤੋਂ ਵਾਰਨੇ ਫੇਰਨੇ ਬਲਿਹਾਰਨੇ ਜਾਂਦਾ ਰਹਾਓ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਇੱਕ ਨਜ਼ਦੀਕੀ ਸਿੱਖ ਨੂੰ ਦੇ ਕੇ ਕਿਹਾ, ਇਹ ਚਿੱਠੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਚਰਨਾਂ 'ਚ ਰੱਖ ਦੇਣੀ, ਅਤੇ ਜਿਵੇਂ ਫਿਰ ਗੁਰੂ ਸਾਹਿਬ ਹੁਕਮ ਕਰਨ ਉਹ ਵਾਪਸ ਆ ਕੇ ਮੈਨੂੰ ਦੱਸੀ। 7 ਵਚਨ ਕਹਿ ਕੇ ਉਹ ਸਿੱਖ ਚਿੱਠੀ ਲੈ ਕੇ ਚਿੱਠੀ ਨੂੰ ਸੰਭਾਲਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਪਿਆ। ਸੋ ਜਿਸ ਵਕਤ ਅੰਮ੍ਰਿਤਸਰ ਸਾਹਿਬ ਪਹੁੰਚਿਆ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਮਿਲਾਪ ਹੋਣ ਤੋਂ ਪਹਿਲਾਂ ਹੀ ਪਿਰਥੀ ਚੰਦ ਮਿਲ ਪਿਆ। ਲੰਮੇ ਸਫ਼ਰ ਕਰਕੇ ਮਿੱਟੀ ਘੱਟਾ ਅੰਗਾਂ ਤੇ ਪਿਆ ਹੋਇਆ ਸੀ। ਸ਼ਕਲ ਪਛਾਣਨ ਤੇ ਸ਼ੱਕ ਹੋਇਆ ਕਿਤੇ ਲਾਹੌਰੋਂ ਨਾ ਕੋਈ ਸੁਨੇਹਾ ਦੇਣ ਆ ਗਿਆ ਹੋਵੇ। ਪੁੱਛਿਆ ਕਿੱਥੋਂ ਆਇਆ, ਕਹਿੰਦੇ ਕੀ ਕਰਨ ਆਇਆ। ਸਿੱਖ ਵਿਚਾਰਾ ਸਿੱਧਾ ਸਾਦਾ ਸੀ, ਵਲ ਛਲ ਕੋਈ ਨਹੀਂ ਸੀ ਉਹਦੇ 'ਚ। ਸਾਰੀ ਵਾਰਤਾ ਦੱਸਦਿਆਂ ਪਿਰਥੀ ਚੰਦ ਨੂੰ ਚਿੱਠੀ ਪਕੜਾਉਂਦਿਆਂ ਕਿਹਾ, ਇਹ ਆਪਦੇ ਛੋਟੇ ਭਰਾਤਾ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਵੱਲ ਭੇਜੀ ਚਿੱਠੀ। ਪਿਰਥੀ ਚੰਦ ਨੇ ਚਿੱਠੀ ਪਕੜ ਲਈ ਤੇ ਉਹਨੂੰ ਤੋੜ ਦਿੱਤਾ। ਕਿਹਾ, ਚੰਗਾ ਜਾ ਜਾ, ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਛਕ, ਆਰਾਮ ਕਰ, ਮੈਂ ਚਿੱਠੀ ਦੇ ਦਿੰਦਾ ਮਹਾਰਾਜ ਨੂੰ। ਸਿੱਖ ਤਾਂ ਦਰਸ਼ਨ ਪਰਸ਼ਨ ਕਰਕੇ ਵਾਪਸ ਚਲਿਆ, ਪਰ ਇਧਰ ਪਿਰਥੀ ਚੰਦ ਨੇ ਜਿਸ ਵਕਤ ਨਵੇਕਲੇ ਹੋ ਕੇ ਇਕਾਂਤ ਵਿੱਚ ਚਿੱਠੀ ਪੜ੍ਹੀ ਤਾਂ ਬੜਾ ਪਰੇਸ਼ਾਨ ਹੋਇਆ। ਉਹਦੀ ਚਿੰਤਾ ਪਲ ਪਲ ਵੱਧਦੀ ਗਈ। ਸੋਚਦਾ, ਇਹ ਸ਼ਬਦ ਤਾਂ ਪਿਤਾ ਜੀ ਦੀ ਬਾਣੀ ਨਾਲ ਰਲਦੇ ਮਿਲਦੇ। ਜੇ ਪਿਤਾ ਜੀ ਨੇ ਚਿੱਠੀ ਦੇਖ ਲਈ ਤਾਂ ਉਹਨਾਂ ਨੇ ਜ਼ਰੂਰ ਇਹਨਾਂ ਨੂੰ ਬਿਨਾਂ ਦੇਰੀ ਤੋਂ ਹੀ ਗੁਰਤਾ ਗੱਦੀ ਬਖਸ਼ਿਸ਼ ਕਰ ਦੇਣੀ ਹੈ। ਫਿਰ ਛੋਟੇ ਭਾਈ ਨੂੰ ਗੱਦੀ ਤੇ ਬਿਠਾ ਤਾਂ ਮੈਨੂੰ ਬਹੁਤ ਔਖਾ ਹੋਣਾ। ਮੇਰੀ ਇੰਨੇ ਚਿਰ ਦੀ ਆਸ ਉੱਪਰ ਪਾਣੀ ਫਿਰ ਜਾਣਾ, ਕਿਉਂਕਿ ਇਸ ਤਰ੍ਹਾਂ ਦੇ ਸੰਕਲਪ ਕਰਦਿਆਂ ਚਿੱਠੀ ਨੂੰ ਸਤਿਗੁਰਾਂ ਕੋਲ ਪਹੁੰਚਾਉਣ ਦੀ ਥਾਂ ਆਪਣੇ ਚੋਲੇ ਦੇ ਖੀਸੇ 'ਚ ਹੀ ਪਾ ਲਿਆ ਉਹਨੇ। ਕਿਉਂਕਿ ਕਈ ਜ਼ਿਆਦਾ ਹੀ ਕੰਮਕਾਰ ਕਰਦੇ, ਪਿਰਥਵੀਆ ਦਿਖਾਵੇ ਦਾ ਕੰਮ ਬਹੁਤਾ ਕਰਦਾ ਸੀ। ਉਹ ਸੋਚਦਾ ਸੰਗਤ ਦੀ ਨਿਗਾਹ 'ਚ ਆ ਜਾਵਾਂ ਮੈਂ, ਗੁਰਾਂ ਦੀ ਨਿਗਾਹ 'ਚ ਆ ਜਾਵਾਂ ਮੈਂ। ਸਾਰੇ ਮੈਨੂੰ ਹੀ ਸਤਿਗੁਰੂ ਪਹਿਲਾਂ ਹੀ ਮੱਥੇ ਟਿਕਾਈ ਜਾਂਦਾ ਹੁੰਦਾ ਸੀ ਆਪਣੇ ਆਪ ਨੂੰ ਕਿ ਬਸ ਗੱਦੀ ਤਾਂ ਆਪਾਂ ਨੂੰ ਹੀ ਮਿਲਣੀ ਹੈ। ਉਧਰ ਸਿੱਖ ਨੇ ਲਾਹੌਰ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਨੇਹਾ ਦਿੱਤਾ ਕਿ ਚਿੱਠੀ ਪਹੁੰਚਾ ਆਇਆ ਜੀ, ਜਿਸ ਕਰਕੇ ਆਪ ਜੀ ਉਡੀਕਦੇ ਰਹੇ ਕਿ ਅੱਜ ਵੀ ਪਿਤਾ ਜੀ ਦਾ ਸੁਨੇਹਾ ਆਉਂਦਾ, ਅੱਜ ਵੀ ਆਉਂਦਾ। ਸੋ ਇਸੇ ਤਰ੍ਹਾਂ ਉਡੀਕ ਵਿੱਚ ਕਈ ਦਿਨ ਲੰਘ ਗਏ। ਆਸ ਤਾਂ ਮਨ ਵਿੱਚ ਬੜੀ ਸੀ ਕਿ ਚਿੱਠੀ ਪੜ੍ਹਦਿਆਂ ਪਿਤਾ ਜੀ ਬੁਲਾਵਾ ਭੇਜਣਗੇ, ਪਰ ਸੁਨੇਹਾ ਕੋਈ ਆ ਨਾ ਦੇਖ ਕੇ ਨਿਰਾਸ਼ਤਾ ਵੱਧਦੀ ਗਈ। ਜਿਸ ਕਰਕੇ ਫਿਰ ਦੂਸਰੀ ਜਿਹੜੀ ਚਿੱਠੀ ਸੀ ਉਹ ਲਿਖਣਾ ਕੀਤੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। हे ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ, ਆਪ ਦਾ ਮੁਖਾਰਬਿੰਦ ਬੜਾ ਹੀ ਸੋਭਨੀਕ ਹੈ। ਆਪ ਜੀ ਨੇ ਇਸ ਮੁਖਾਰਬਿੰਦ ਤੋਂ ਜੋ ਬਾਣੀ ਧੁਨ ਉਚਾਰਨ ਕੀਤੀ ਹੈ ਨਾ, ਸੋ ਧੁਨ ਤੋਂ ਭਾਵ ਜਿਹੜੀ ਉਚਾਰਨ ਕੀਤੀ ਬਾਣੀ, ਉਹ ਸਹਿਜ ਤੋਂ ਭਾਵ ਸ਼ਾਂਤੀ ਅਤੇ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਬਾਣੀ ਹੈ ਜੀ। ਇੰਨਾ ਸੁੰਦਰ ਬੋਲਦੇ ਹੋ ਆਪ ਕੇ ਮਨ ਨੂੰ ਖਿੱਚ ਪੈਦਾ ਹੁੰਦੀ। ਹੁਣ ਖਿੱਚ ਤਾਂ ਪੈਦਾ ਹੁੰਦੀ ਜੇ ਇੱਧਰ ਵੀ ਚੀਜ਼ ਹੋਵੇ ਤੇ ਉੱਧਰ ਵੀ ਹੋਵੇ। ਜੇ ਇੱਧਰ ਖੁਸ਼ਕੀ ਛਾਈ ਉੱਥੇ ਕਾਹਦੀ ਖਿੱਚ ਪੈਣੀ ਹੈ। ਇਸ ਕਰਕੇ ਪਹਿਲਾਂ ਜਿਹੜੇ ਬੰਦੇ ਅੰਦਰ ਸ਼ਰਧਾ, ਪ੍ਰੇਮ, ਭਾਵਨਾ, ਪੁੰਨ ਇਕੱਠੇ ਹੋਏ ਹੋਣ, ਨਾਮ ਦੀ ਕਣੀ ਪਿਛਲੇ ਜਨਮਾਂ ਦੀ ਮਾੜੀ ਮੋਟੀ ਕਮਾਈ ਹੋਵੇ, ਉਹਨੂੰ ਹੀ ਖਿੱਚ ਪੈਂਦੀ ਆ।
ਉਹ ਤਾਈਓਂ ਭੱਜ ਕੇ ਸਤਸੰਗਤ ਵਿੱਚ ਜਾਂਦਾ। ਚਿਰ ਹੋਆ ਦੇਖੇ ਸਾਰਿੰਗ ਪਾਣੀ। ਇਹ ਸਾਰੰਗ ਨਾਮੇ ਧਨਕ ਦੇ ਧਾਰਨ ਵਾਲੇ ਈਸ਼ਵਰ ਸਰੂਪ ਸਤਿਗੁਰੂ ਆਪ ਦੇ ਦਰਸ਼ਨ ਕੀਤਿਆਂ ਚੰਕਾਲ ਹੋ ਗਿਆ, ਬੜੀ ਦੇਰ ਹੋ ਗਈ। ਸਾਰੰਗ ਤੋਂ ਭਾਵ ਬਬੀਹੇ ਨੂੰ ਪਾਣੀ ਦੇਖਿਆ ਬਹੁਤ ਦੇਰ ਹੋ ਗਈ। ਇਉਂ ਬੜੇ ਵਿਰਾਗ ਦੀ ਚਿੱਠੀ ਲਿਖੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਗੁਰੂ ਰਾਮਦਾਸ ਸਾਹਿਬ ਜੀ, ਆਪ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਸਮਾਂ ਹੋ ਗਿਆ, ਜਿਸ ਕਰਕੇ ਮੇਰਾ ਮਨ ਪਪੀਹੇ ਵਾਂਗੂ ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਲਈ ਤੜਫਦਾ ਰਹਿੰਦਾ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਗੁਰੂ ਸਾਹਿਬ ਜੀ, ਆਪ ਜੀ ਜਿਸ ਅੰਮ੍ਰਿਤਸਰ ਸ਼ਹਿਰ ਰੂਪੀ ਦੇਸ਼ ਵਿੱਚ ਵਸ ਰਹੇ ਹੋ, ਉਹ ਦੇਸ਼ ਵੀ ਧੰਨਤਾ ਦੇ ਯੋਗ ਹੈ। ਇਹ ਮੁਰਾਰੀ ਰੂਪ ਸਤਿਗੁਰੂ, ਆਪ ਹੀ ਮੇਰੇ ਸੱਜਣੋ, ਇਸ ਲੋਕ ਦੇ ਸੱਚੇ ਮਿੱਤਰੋਂ ਪਰਲੋਕ ਦੇ ਹੋ ਜੀ ਆਪ। ਹਉ ਕੋਲੇ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। हे ਮੁਰਾਰੀ ਦੇ ਸਰੂਪ ਗੁਰੂ ਸਾਹਿਬ ਜੀ, हे ਪਰਮੇਸ਼ਰ ਜੀ, ਕੇਵਲ ਆਪ ਹੀ ਮੇਰੇ ਇਸ ਲੋਕ ਦੇ ਸੱਜਣੋਂ ਤੇ ਪਰਲੋਕ ਦੇ ਮੀਤ ਹੋ। ਇਉਂ ਲਿਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਚਿੱਠੀ ਜਿਹੜੀ ਭੇਜੀ ਹੈ ਕਿ ਮੈਂ ਤਾਂ ਆਪ ਜੀ ਤੋਂ ਮਨ ਕਰਕੇ ਵਾਰਨੇ ਫੇਰਨੇ ਜਾਂਦਾ, ਤਨ ਕਰਕੇ ਬਾਣੀ ਕਰਕੇ ਘੋਲ ਕਮਾਈ ਵਾਰਨੇ ਫੇਰਨੇ ਜਾਂਦਾ। ਇਹ ਚਿੱਠੀ ਲੈ ਕੇ ਫੇਰ ਦਿੱਤੀ। ਕੁਦਰਤੀ ਫੇਰ ਅੱਗਿਓਂ ਪਿਰਥੀ ਦਾ ਮਿਲ ਪਿਆ। ਉਹ ਕਹਿੰਦਾ ਜੀ ਪਹਿਲੀ ਚਿੱਠੀ, ਕਹਿੰਦੇ ਹਾਂ ਦੇਤੀ ਸੀ, ਕੋਈ ਨਹੀਂ, ਹੋਰ ਵੀ ਲਿਆਇਆ? ਹਾਂ ਜੀ। ਮੈਨੂੰ ਦੇ ਜਾ, ਕੋਈ ਗੱਲ ਨਹੀਂ, ਤੂੰ ਲੰਗਰ ਪਾਣੀ ਛਕ, ਆਰਾਮ ਕਰ। ਫਿਰ ਉਹ ਚਿੱਠੀ ਪਿਰਥੀ ਨੇ ਜੇਬ 'ਚ ਪਾ ਲਈ। ਸੋ ਇਸ ਤਰ੍ਹਾਂ ਫਿਰ ਸੰਸ਼ੇ ਦੀ ਨਿਵਰਤੀ ਹੋ ਗਈ ਵੀ ਹਾਂ ਚਲੋ ਚਿੱਠੀ ਉੱਥੇ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨੂੰ ਮੋੜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਹੁਣ ਫੇਰ ਕੋਈ ਜਵਾਬ ਨਹੀਂ ਆਇਆ ਹੈ, ਤੇ ਭਰਾਤਾ ਜੀ ਨੇ ਚਿੱਠੀ ਲੈ ਕੇ ਸ਼ਾਇਦ ਪਿਤਾ ਜੀ ਨਹੀਂ ਦਿੱਤੀ। ਕਿੰਨੀ ਦੇਰ ਉਡੀਕ ਕੇ ਫੇਰ ਇੱਕ ਚਿੱਠੀ ਲਿਖੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। हे ਗੁਰੂ ਸਾਹਿਬ ਜੀ, ਜਿਸ ਵੇਲੇ ਆਪ ਪਾਸ ਰਹਿੰਦਾ ਸੀ ਤੁਹਾਡੇ ਕੋਲ, ਤਾਂ ਕਿਸੇ ਕਾਰਨ ਜੇ ਇੱਕ ਘੜੀ ਮਾਤਰ ਵੀ ਆਪ ਨਹੀਂ ਸੀ ਮਿਲਦੇ ਤਾਂ ਆਪ ਦਾ ਦਰਸ਼ਨ ਪ੍ਰਾਪਤ ਨਹੀਂ ਸੀ ਹੁੰਦਾ, ਤਾਂ ਕਲਯੁਗ ਹੋ ਜਾਂਦਾ। ਭਾਵ ਆਪ ਦੇ ਦਰਸ਼ਨਾਂ ਤੋਂ ਬਿਨਾਂ ਚਿੱਤ ਵਿੱਚ ਬੜਾ ਭਾਰੀ ਵਿਖੇਪ ਹੁੰਦਾ ਸੀ। ਗੁਰੂ ਸਾਹਿਬ ਜੀ ਕਥਨ ਕਰਦੇ, ਇਹ ਸਤਿਗੁਰੂ ਆਪ ਦੇ ਪਾਸ ਰਹਿੰਦਿਆਂ ਕਿਸੇ ਕਾਰਨ ਆਪ ਜੀ ਤੋਂ ਨਾ ਜੇ ਮਿਲਦੇ, ਵਿਛੋੜੇ ਦੀ ਇੱਕ ਘੜੀ ਵੀ ਮੈਨੂੰ ਕਾਲ ਭਾਵ ਹੁੰਦੀ ਸੀ। ਯੁੱਗ ਦੀ ਨਿਆਈ ਭਾਵ ਇੱਕ ਯੁੱਗ ਜਿੰਨਾ ਫਰਕ ਪੈ ਜਾਂਦਾ। ਸੋ ਜਿਸ ਪ੍ਰਕਾਰ ਇਹ ਜਿਹੜਾ ਕਲਯੁਗ ਹੈ, ਇਹਦੀ ਉਮਰ ਜਿੰਨਾ ਸਮਾਂ ਲੰਘ ਜਾਂਦਾ ਸੱਚੇ ਪਾਤਸ਼ਾਹ, ਮੈਨੂੰ ਇਉਂ ਲੱਗਦਾ ਕਿ ਮੇਰਾ ਲੱਖਾਂ ਵਰੇ ਲੰਘੇ ਨੇ ਵਿਛੋੜੇ ਪਏ ਨੂੰ। ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਇੱਕ ਪਲ ਦਿਨ ਸਮੋਕੋ ਕਬਹੁ ਨਾ ਬਿਹਾਵੈ। ਇਸ ਕਰਕੇ ਮੇਰਾ ਵਿਛੋੜਾ ਹੋ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਬੇਨਤੀ ਕਰਦੇ ਨੇ, ਹੁਣ ਕਦ ਮਿਲੀ ਐ ਪ੍ਰੈ ਤੁਧ ਭਗਵੰਤਾ। ਜਦ ਕਿ 1 ਸਾਲ ਭਰ ਤੋਂ ਉੱਪਰ ਸਮਾਂ ਬਤੀਤ ਹੋ ਗਿਆ, ਮਨ ਵਿੱਚ ਬੜੀ ਤੜਪ ਲੱਗੀ ਰਹਿੰਦੀ ਹੈ। हे ਭਗਵੰਤ ਅਕਾਲ ਪੁਰਖ ਦੇ ਸਰੂਪ ਪਿਆਰੇ ਸਤਿਗੁਰੂ, ਹੁਣ ਕਦੋਂ ਤੁਸੀਂ ਮੈਨੂੰ ਮਿਲਣਾ ਕਰੋਗੇ? हे ਭਗਵੰਤ ਦੇ ਪਿਆਰੇ ਸਤਿਗੁਰੂ, ਕਿਰਪਾ ਕਰੋ, ਦਰਸ਼ਨ ਬਖਸ਼ੋ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਦੇ ਸਾਧ ਸੰਗਤ ਰੂਪੀ ਦਰਬਾਰ ਦੇ ਦੇਖੇ ਤੋਂ ਬਿਨਾਂ ਮੇਰੀ ਜਿਹੜੀ ਰਾਤ ਹੈ ਬੀਤਦੀ ਨਹੀਂ। ਕਿਉਂਕਿ ਸਤਸੰਗਤ ਵਿੱਚ ਆਸਾ ਦੀ ਵਾਰ ਸੁਣਦੇ ਸੀ, ਕਦੇ ਸ਼ਬਦ ਦੀ ਵਿਚਾਰ ਸੁਣਦੇ ਸੀ, ਕਦੇ ਉੱਥੇ ਬਾਣੀ ਸੁਣਦੇ ਸੀ, ਅਤੇ ਆਪ ਜੀ ਦੇ ਵਿਛੋੜੇ ਕਰਕੇ ਹੁਣ ਨੀਂਦ ਵੀ ਨਹੀਂ ਆਉਂਦੀ ਮੈਨੂੰ ਤਾਂ। ਸਾਰੀ ਰਾਤ ਆਪ ਦੇ ਦੇਖੇ ਤੋਂ ਬਿਨਾਂ ਅੱਖਾਂ 'ਚ ਬਤੀਤ ਹੋ ਜਾਂਦੀ ਹੈ। ਸੋ हे ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਆਪ ਦੇ ਦਰਬਾਰੇ 'ਚ ਸਰੂਪ ਦੇਖੇ ਤੋਂ ਬਿਨਾਂ, ਸੋ ਆਪ ਦੇ ਜਿਹੜੇ ਸਰੂਪ ਹੈ ਨਾ, ਆਪ ਦੇ ਦੇਖੇ ਤੋਂ ਬਿਨਾਂ ਅਵਸਥਾ ਰੂਪੀ ਰਾਤ ਜਿਹੜੀ ਮੇਰੀ ਬਤੀਤ ਨਹੀਂ ਹੁੰਦੀ। ਮੇਰਾ ਇੱਕ ਛਿਨ ਵੀ ਨਹੀਂ ਲੰਘਦਾ ਹੈ, ਬਹੁਤ ਔਖਾ ਹਾਂ ਮੈਂ, ਨਾ ਹੀ ਸ਼ਾਂਤੀ ਰੂਪੀ ਨੀਂਦ ਆਉਂਦੀ ਹੈ। ਹਾਂ ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ ਰਹਾਓ। हे ਸਤਿਗੁਰੂ, ਆਪ ਦੇ ਸੱਚੇ ਦਰਬਾਰ ਉੱਪਰੋਂ ਮਨ ਕਰਕੇ ਘੋਲੀ ਵਾਰਨੇ ਫੇਰਨੇ, ਬਾਣੀ ਕਰਕੇ ਵਾਰਨੇ ਫੇਰਨੇ ਜਾਂਦਾ, ਸਰੀਰ ਕਰਕੇ ਵਾਰਨੇ ਫੇਰਨੇ ਜਾਂਦਾ। ਸੋ ਇਸ ਤਰ੍ਹਾਂ ਤੀ ਵਿਛੋੜੇ ਦੇ ਅਸਹਿ ਦੁੱਖ ਵਿੱਚ ਬੇਬਲ ਹੋਇਆ ਸਤਿਗੁਰਾਂ ਨੇ ਫਿਰ ਲਾਹੌਰ ਬੈਠਿਆਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੀਸਰੀ ਚਿੱਠੀ ਲਿਖ ਉੱਪਰ 3 ਅੰਕ ਪਾ ਦਿੱਤਾ। ਇਹ ਤੀਸਰੀ ਚਿੱਠੀ ਹੈ। ਉਸੇ ਸਿੱਖ ਨੂੰ ਕੋਲ ਸੱਦ ਕੇ ਚੰਗੀ ਤਰ੍ਹਾਂ ਇਹ ਗੱਲ ਪੱਕੀ ਕੀਤੀ ਕਿ ਪੱਤਰਕਾਰ ਨੂੰ ਜ਼ਰੂਰ ਗੁਰੂ ਸਾਹਿਬ ਦੇ ਕੋਲ ਪਹੁੰਚਾਉਣਾ ਹੈ। ਰਸਤੇ ਵਿੱਚ ਨਾ ਕਿਸੇ ਨੂੰ ਦੱਸਣਾ, ਨਾ ਹੀ ਪੱਤਰਕਾਰ ਦੇਣੀ। ਸਮਝਾ ਦਿੱਤਾ ਕਿ ਤੂੰ ਇੱਕ ਪਾਸਿਓਂ ਹੋ ਕੇ ਜਾਈਂ, ਇਹ ਨਾ ਹੋਵੇ ਤੈਨੂੰ ਅੱਗਿਓਂ ਫੇਰ ਪਿਰਥੀ ਜੀ ਮਿਲ ਜਾਣ, ਭਰਾ ਮੇਰਾ। ਉਹ ਚਿੱਠੀ ਨਹੀਂ ਪਹੁੰਚਾਉਂਦਾ ਹੁਣ ਅੱਗੇ।
ਇਸ ਕਰਕੇ ਫਿਰ ਉਹ ਸਿੱਖ ਸੱਤ ਬਚਨ ਕਹਿੰਦੇ ਆ ਪੱਤਰਕਾ ਲੈ ਕੇ ਖੀਸੇ 'ਚ ਪਾ ਕੇ ਲਾਹੌਰ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਗੁਰਾਂ ਨੂੰ ਨਮਸਕਾਰ ਕਰਕੇ ਚੱਲ ਪਿਆ। ਸਾਰਾ ਸਫ਼ਰ ਮੁਕਾ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਇਸ ਵਾਰ ਰਸਤੇ 'ਚ ਕਿਤੇ ਵੀ ਨਾ ਅਟਕਿਆ, ਸਿੱਧਾ ਸਤਿਗੁਰਾਂ ਦੇ ਚਰਨਾਂ 'ਚ ਹੀ ਪਹੁੰਚ ਗਿਆ। ਜਦੋਂ ਜਾ ਕੇ ਮੱਥਾ ਟੇਕਿਆ, ਪੱਤਰਕਾ ਫੜਾਉਂਦਿਆਂ ਬੇਨਤੀ ਕੀਤੀ, ਇਹ ਪੱਤਰਕਾ ਆਪ ਜੀ ਦੇ ਸਾਹਿਬਜ਼ਾਦੇ ਨੇ ਲਾਹੌਰੋਂ ਭੇਜੀ। ਸਤਿਗੁਰੂ ਜੀ ਪੱਤਰਕਾ ਪੜ੍ਹਦਿਆਂ ਸਾਰ ਤੀਸਰਾ ਅੰਗ ਪਿਆ ਵੇਖ ਕੇ ਸਿੱਖ ਤੋਂ ਪੁੱਛਦੇ ਆ, ਇਹ ਪਹਿਲੀਆਂ ਦੋ ਚਿੱਠੀਆਂ ਕਿੱਥੇ ਆ? ਸਿੱਖ ਨੇ ਕਿਹਾ, ਗਰੀਬ ਨਵਾਜ, ਅੱਗੇ ਵੀ ਮੈਂ 2 ਵਾਰੀ ਚਿੱਠੀਆਂ ਲੈ ਕੇ ਆਇਆ, ਪਰ ਆਪ ਦੇ ਵੱਡੇ ਸਪੁੱਤਰ ਪਿਰਥੀ ਚੰਦ ਨੇ ਰਸਤੇ 'ਚ ਲੈ ਲਈਆਂ ਸੀ ਤੇ ਕਿਹਾ ਸੀ ਕਿ ਮੈਂ ਆਪੇ ਦੇ ਦਿਆਂਗਾ। ਸੰਗਤਾਂ ਬਹੁਤ ਹੋਣ ਕਰਕੇ ਆਪ ਦਾ ਮਿਲਾਪ ਨਹੀਂ ਹੁੰਦਾ ਰਿਹਾ। ਇਹ ਗੱਲ ਸੁਣ ਕੇ ਸਤਿਗੁਰਾਂ ਨੇ ਉਹਨੂੰ ਪ੍ਰਸ਼ਾਦ ਛਕਾ ਕੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਲਿਆਉਣ ਵਾਸਤੇ ਉਹਦੇ ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੂੰ ਲਾਹੌਰ ਭੇਜ ਦਿੱਤਾ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਦੋਨੋਂ ਸੰਤ ਜਦ ਲਾਹੌਰ ਪਹੁੰਚੇ ਤਾਂ ਨਮਸਕਾਰ ਕਰਦਿਆਂ ਬੇਨਤੀ ਕੀਤੀ ਕਿ ਆਪ ਦੇ ਬੁਲਾਉਣ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਭੇਜਿਆ, ਛੇਤੀ ਚੱਲੋ। ਇਹ ਬਚਨ ਸੁਣਦਿਆਂ ਸਾਰ ਚੱਲ ਪਏ ਤੇ ਅੰਮ੍ਰਿਤਸਰ ਪਹੁੰਚ ਕੇ ਚਿਰਾਂ ਦੇ ਵਿਛੜੇ ਦੁੱਖ ਤੋਂ ਸੋ ਬਹੁਤ ਸੀ ਦੁੱਖ ਇਸ ਗੱਲ ਦਾ ਕਿ ਮਿਲਾਪ ਨਹੀਂ ਹੋਇਆ। ਮਿਲਾਪ ਦੀ ਖੁਸ਼ੀ ਵਿੱਚ ਆਉਂਦਿਆਂ ਸਾਰ ਪਵਿੱਤਰ ਚਰਨਾਂ ਕਮਲਾਂ ਤੇ ਲਿਪਟ ਗਏ ਤੇ ਇੰਨਾ ਵਿਰਾਗ ਆਇਆ ਕਿ ਅੱਖਾਂ ਵਿੱਚੋਂ ਅਥਾਹ ਜਲ ਵਗਣ ਕਰਕੇ ਚਰਨ ਧੋਤੇ ਗਏ ਗੁਰਾਂ ਦੇ। ਗੁਰੂ ਰਾਮਦਾਸ ਮਹਾਰਾਜ ਨੇ ਪਿਆਰ ਨਾਲ ਦਿਲਾਸਾ ਦਿੱਤਾ, ਪਿੱਠ ਤੇ ਥਾਪੜਾ ਦਿੰਦਿਆਂ ਬਖਸ਼ਿਸ਼ ਭਰਿਆ ਹੱਥ ਫੇਰਿਆ, ਫਿਰ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਦੀਵਾਨ ਸਜਿਆ ਹੋਇਆ ਹੈ। ਸੰਗਤਾਂ ਇਸ ਕੌਤਕ ਨੂੰ ਦੇਖ ਕੇ ਵਿਸਮਾਦ ਹੋ ਰਹੀਆਂ ਨੇ। ਇੰਨੇ ਨੂੰ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਵੱਡਾ ਭਰਾਤਾ ਆਇਆ ਜਾਣ ਕੇ ਆਪ ਜੀ ਨੇ ਉਹਨਾਂ ਨੂੰ ਵੀ ਨਮਸਕਾਰ ਕੀਤੀ। ਇਹਨਾਂ ਨੂੰ ਸਤਿਗੁਰੂ ਕਹਿਣ ਲੱਗੇ, ਤੇਰੇ ਪਾਸ ਇਹਨਾਂ ਦੀਆਂ 2 ਚਿੱਠੀਆਂ ਆਈਆਂ, ਉਹ ਕਿੱਥੇ ਆ? ਤੈਂ ਸਾਨੂੰ ਕਿਉਂ ਨਹੀਂ ਦਿੱਤੀਆਂ? ਉਹ ਸਾਫ਼ ਹੀ ਮੁੱਕਰ ਗਿਆ, ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਆਈ ਜੀ। ਸਤਿਗੁਰਾਂ ਨੇ ਪੁੱਛਿਆ, ਪਰ ਫਿਰ ਇਹ ਸੱਚ ਨਾ ਕਿਹਾ ਤੂੰ, ਜਾਂ ਤੀਸਰੀ ਵਾਰੀ ਕਿਹਾ ਤਾਂ ਉਸ ਵਕਤ ਪੱਤਰਕਾ ਤੇਰੇ ਪਾਸ ਹੀ ਨੇ, ਸੰਗਤ ਵਿੱਚ ਮੁੱਕਰਦਾ? ਤੇਰਾ ਭਲਾ ਏ ਇਸੇ ਵਿੱਚ ਕਿ ਦੋਵੇਂ ਚਿੱਠੀਆਂ ਹਾਜ਼ਰ ਕਰ ਲਿਆ ਕੇ। ਆਹ ਦੇਖ 3 ਅੰਕ ਪਾਇਆ ਹੋਇਆ ਤੀਸਰੀ ਚਿੱਠੀ ਤੇ ਪਹਿਲੀਆਂ 2 ਤੇਰੇ ਕੋਲ ਹੀ ਆ। ਸਿੱਖ ਕਹਿੰਦਾ ਮੈਂ ਦਿੱਤੀਆਂ ਨੇ। ਹੁਣ ਮਾਇਆ ਦਾ ਇਹੋ ਜਿਹਾ ਪੜਦਾ ਪਿਆ ਜੋ ਸਾਹਮਣੇ ਬੋਲਣ ਤੋਂ ਸੰਕੋਚ ਨਾ ਕੀਤਾ। ਕਹਿੰਦਾ ਤੁਸੀਂ ਬਾਰ-ਬਾਰ ਪੁੱਛਦੇ ਹੋ, ਸੋ ਇਸ ਕਰਕੇ ਉਹ ਹੁੰਡੀਆਂ ਤਾਂ ਨਹੀਂ ਕੋਈ ਜਿਹੜੀਆਂ ਮੈਂ ਲੁਕਾ ਲਈਆਂ ਵੀ ਬੜੇ ਪੈਸੇ ਉਹਨਾਂ ਦੇ ਵਿੱਚ ਹੈਗੇ ਆ। ਹੁੰਡੀਆਂ ਪੁਰਾਣੇ ਟਾਈਮ 'ਚ ਹੁੰਦੀਆਂ, ਜਿਵੇਂ ਹੁਣ ਡਰਾਫਟ ਬਣਾ ਕੇ ਲੈ ਕੇ ਜਾਂਦੇ ਆ। ਜਦ ਕਿਸੇ ਹੀਲੇ ਨਾ ਮੰਨਿਆ ਤਾਂ ਘੜ ਕੇ ਅੰਤਰ ਕੀ ਜਾਣਤ ਭੁਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰਾਂ ਨੇ ਇੱਕ ਸਿੱਖ ਨੂੰ ਕੋਲ ਬੁਲਾ ਕੇ ਇਸ਼ਾਰੇ ਨਾਲ ਹੌਲੀ ਜੀ ਕਿਹਾ ਕਿ ਇਹਦੇ ਘਰ ਜਾ ਕੇ ਇਹਦੀ ਘਰਵਾਲੀ ਕਰਮੋਂ ਪਾਸੋਂ ਚੋਲਾ ਲਿਆਓ ਕਿ ਪਿਰਥੀ ਚੰਦ ਮੰਗਦਾ। ਸੂਰਜ ਪ੍ਰਕਾਸ਼ ਐਸਾ ਵੀ ਆਇਆ ਕਿ ਦਰਵਾਜ਼ੇ ਵੜਦਿਆਂ ਸਾਰ ਸਾਹਮਣੇ ਇੱਕ ਚੋਲਾ ਟੰਗਿਆ ਹੋਇਆ ਉਹ ਲਾਹ ਕੇ ਲੈ ਆਇਆ। ਇੰਨੀ ਅੰਤਰਜਾਮਤਾ ਨਾਲ ਸਤਿਗੁਰਾਂ ਨੇ ਦੱਸ ਦਿੱਤਾ ਕਿ ਉਹਦੇ ਚੋਲੇ ਦੀ ਸੱਜੀ ਜੇਬ ਦੇ ਵਿੱਚੋਂ ਚਿੱਠੀਆਂ ਨੇ। 7 ਵਚਨ ਕਹਿ ਕੇ ਸਿੱਖ ਪਿਰਥੀ ਦੇ ਗ੍ਰਹਿ ਗਿਆ ਤੇ ਕਰਮੋਂ ਪਾਸੋਂ ਸੋ ਪਿਰਥੀ ਚੰਦ ਦਾ ਨਾਂ ਲੈ ਕੇ ਚੋਲਾ ਲਿਆਇਆ। ਇਹ ਚੋਲਾ ਘਰ ਵਿੱਚ ਕਿੱਲੀ ਉੱਪਰ ਟੰਗਿਆ ਰਹਿ ਗਿਆ ਸੀ। ਜਦੋਂ ਘਰ ਸੀ ਤਾਂ ਸੁਨੇਹਾ ਪੁੱਜਣ ਤੇ ਪਿਰਥੀ ਚੰਦ ਆਪ ਤਾਂ ਚਲਿਆ ਆਇਆ, ਪਰ ਚੋਲਾ ਪਾਉਣਾ ਭੁੱਲ ਗਿਆ ਅਤੇ ਮਾਇਆ ਵਿੱਚ ਦਿਨ ਰਾਤ ਖੱਚਤ ਰਹਿਣ ਕਰਕੇ ਚਿੱਠੀਆਂ ਨੂੰ ਪਾੜ ਦੇਣ ਜਾਂ ਲੁਕਾ ਦੇਣ ਦਾ ਖਿਆਲ ਨਾ ਰਿਹਾ, ਜਿਸ ਕਰਕੇ ਦੋਵੇਂ ਚਿੱਠੀਆਂ ਹਾਲਾਂ ਤੱਕ ਚੰਗੇ ਚੋ ਢੰਗ ਨਾਲ ਇਹਨੇ ਐ ਮਰੋੜ ਤਰੋੜ ਕੇ ਖੀਸੇ 'ਚ ਪਾ ਕੇ ਰੱਖੀਆਂ ਹੋਈਆਂ ਸੀ, ਕਿਸੇ ਨੂੰ ਪਤਾ ਨਾ ਲੱਗੇ। ਜਿਸ ਵੇਲੇ ਚੋਗਾ ਸਾਹਮਣੇ ਆਇਆ ਤਾਂ ਪਿਰਥੀ ਚੰਦ ਦੇ ਹੋਸ਼ ਗੁੰਮ ਹੋ ਗਏ। ਚੋਗੇ ਦੇ ਆਉਣ ਉੱਪਰ ਸਤਿਗੁਰਾਂ ਨੇ ਕਿਹਾ, ਹੁਣ ਤਾਂ ਇਹਦੇ ਵਿੱਚੋਂ ਚਿੱਠੀਆਂ ਆਪ ਕੱਢ ਕੇ ਦੇਵੇਂਗਾ? ਪਰ ਉਹ ਕੁਝ ਵੀ ਸੋਚਦਾ ਨਹੀਂ ਸੀ, ਕ੍ਰੋਧ ਨਾਲ ਲਾਲੋ ਲਾਲ ਹੋ ਰਿਹਾ ਸੀ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸ਼ਰਮਿੰਦਾ ਜਿਹਾ ਹੋ ਗਿਆ, ਚਿਹਰੇ ਤੋਂ ਲਾਲੀ ਉੱਡ ਗਈ, ਪਲੱਤਣਤਾ ਆ ਗਈ ਉਸ ਵਕਤ ਤੇ ਵੱਧ ਘੱਟ ਬੋਲਣ ਲੱਗਿਆ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਇਸ ਕਰਕੇ ਮਹਾਰਾਜ ਰਹਾਓ ਉਚਾਰਨ ਕਰਨ ਤੋਂ ਬਾਅਦ ਕਹਿੰਦੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛਤਾਪ। ਇਸ ਤਰ੍ਹਾਂ ਬਹੁਤ ਸਮਝਾਇਆ। ਪਿਰਥੀ ਚੰਦ ਨੂੰ ਸ਼ਾਂਤ ਕਰਕੇ ਫਿਰ ਸਤਿਗੁਰਾਂ ਨੇ ਆਪ ਚੋਗੇ ਵਿੱਚੋਂ ਦੋਵੇਂ ਚਿੱਠੀਆਂ ਕੱਢੀਆਂ ਤੇ ਤੀਸਰੀ ਵੀ ਨਾਲ ਰਲਾ ਕੇ ਭਰੇ ਦੀਵਾਨ ਦੇ ਵਿੱਚ ਫਰਮਾਇਆ, ਇਹ 3 ਪਦ ਰਚੇ ਹੋਏ ਨੇ, ਹੁਣ ਜੋ ਕੋਈ ਅਗਲਾ ਚੌਥਾ ਪਦ ਇਹਦੇ ਮੁਤਾਬਕ ਰਚ ਦੇਵੇਗਾ ਉਹਨੂੰ ਗੁਰਤਾ ਗੱਦੀ ਤੇ ਬਿਠਾ ਦੇਵਾਂਗੇ। ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ। ਚਾਹੇ ਦੀਵਾਨ ਵਿੱਚ ਬੜੇ ਬੜੇ ਗੁਣੀ ਕਵੀ ਜਨ ਬੈਠੇ ਸੀ, ਪਰ ਕਿਸੇ ਦਾ ਹੀਆਂ ਨਾ ਪਿਆ, ਸਾਰੇ ਚੁੱਪ ਬੱਟੀ ਬੈਠੇ ਰਹੇ।
ਕੁਝ ਦੇਰ ਮਗਰੋਂ ਸਤਿਗੁਰਾਂ ਨੇ ਆਪ ਪ੍ਰਿਥੀ ਚੰਦ ਨੂੰ ਸੰਬੋਧਨ ਕਰਦਿਆਂ ਕਿਹਾ, ਹੁਣ ਵੇਲਾ, ਜੇ ਕੁਝ ਕਰ ਸਕਦਾ ਤਾਂ ਆ ਲੈ ਫੜ, ਆ 3 ਚਿੱਠੀਆਂ ਦੇ ਬਰਾਬਰ ਚੌਥੀ ਚਿੱਠੀ ਲਿਖ ਦੇ, ਨਾਲ ਮਿਲਾ ਦੇ ਚੌਥਾ ਪਦਾ, ਗੁਰਤਾ ਗੱਦੀ ਤੈਨੂੰ ਦੇ ਦਿਆਂਗੇ। ਈਰਖਾ ਵਿੱਚ ਸੜਦੇ ਰਹਿਣ ਦਾ ਕੋਈ ਫਾਇਦਾ ਨਹੀਂ। ਪਰ ਪ੍ਰਿਥੀ ਚੰਦ ਕੋਲੋਂ ਕਿਵੇਂ ਬਣ ਆਵੇ? ਇਹ ਤਾਂ ਬਖਸ਼ਿਸ਼ ਹੈ, ਜਿਹਦੇ ਤੇ ਕਰ ਦੇਣ ਵਾਹਿਗੁਰੂ ਕਰ ਦੇਣ। ਜਿਸ ਉੱਪਰ ਹੋ ਜਾਵੇ ਉਹ ਸ਼ਰਮਿੰਦਗੀ ਵਿੱਚ ਹੀ ਚੁੱਪ ਖੜਾ ਰਿਹਾ। ਜਿਸ ਵਕਤ ਕੋਈ ਅੱਗੇ ਨਾ ਵਧਿਆ ਤਾਂ ਸਤਿਗੁਰਾਂ ਨੇ ਆਪ ਹੁਕਮ ਕੀਤਾ, ਪੁੱਤਰ ਜੀ ਸਾਡੀ ਆਗਿਆ ਮੰਨ ਕੇ ਅਗਲਾ ਚੌਥਾ ਪਦ ਵੀ ਉਚਾਰ ਨਾ ਕਰੋ। ਇਸ ਪ੍ਰਕਾਰ ਹੁਕਮ ਮੰਨ ਕੇ ਸੰਗਤ ਵਿੱਚ ਬੈਠਿਆਂ ਬਰਾਗ ਤੇ ਖੁਸ਼ੀ ਵਿੱਚ ਆਪ ਜੀ ਇਹ ਚੌਥਾ ਪਦ ਉਚਾਰਦੇ ਹੋਏ ਮੰਗ ਕਰਦੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ। ਹੇ ਗਰੀਬ ਨਿਵਾਜ, ਜਿਸ ਵੇਲੇ ਮੇਰਾ ਭਾਗ ਆਪ ਜੀ ਦੇ ਮਿਲਾਪ ਰੂਪੀ ਫਲ ਦੇਣ ਨੂੰ ਉਦੇ ਹੋਇਆ ਤਾਂ ਆਪ ਜੀ ਦੇ ਕਿਰਪਾ ਕਰਕੇ ਸੰਤ ਜਿਹੜੇ ਸੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਨਾਲ ਮਿਲਾਉਣਾ ਕੀਤਾ ਤੇ ਉਹਨਾਂ ਸੰਤਾਂ ਦੀ ਕਿਰਪਾ ਕਰਕੇ ਚਿਰੰਕਾਲ ਮਗਰੋਂ ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਹੇ ਅਬਿਨਾਸੀ ਨਾਸ ਤੋਂ ਰਹਿਤ ਪ੍ਰਭੂ ਜੀ, ਰਖਿਅਕ ਵਾਹਿਗੁਰੂ ਦੇ ਸਰੂਪ ਸਤਿਗੁਰੂ ਅੰਮ੍ਰਿਤਸਰ ਰੂਪੀ ਘਰ ਵਿੱਚ ਆਪ ਦੇ ਦਰਸ਼ਨਾਂ ਨੂੰ ਪਾਉਣਾ ਕੀਤਾ। ਇਸ ਭਾਵ ਨੂੰ ਇਉਂ ਵੀ ਲੈਂਦੇ ਕਿ ਭਾਗ ਹੋਆ ਗੁਰ ਸੰਤ ਮਿਲਾਇਆ। ਜਿਸ ਵੇਲੇ ਭਾਗਾਂ ਦਾ ਫਲ ਉਦੇ ਹੋਇਆ ਤਾਂ ਸੰਤ ਬਾਬਾ ਬੁੱਢਾ ਜੀ ਨੇ, ਹੇ ਗੁਰੂ ਆਪ ਜੀ ਨਾਲ ਮੈਨੂੰ ਮਿਲਾਉਣਾ ਕੀਤਾ। ਅਥਵਾ ਭਾਗ ਹੋਆ ਜਦੋਂ ਚੰਗੇ ਭਾਗਾਂ ਨਿਸ਼ਾਨੀ ਪ੍ਰਗਟ ਹੋਈ ਤਾਂ ਸੰਤ ਸਰੂਪ ਸਤਿਗੁਰੂ ਨਾਲ ਮਿਲਾਇਆ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਆਪ ਜੀ ਦੀ ਕਿਰਪਾ ਹੋਣ ਕਰਕੇ ਮੈਂ ਆਪਣੇ ਅੰਤਹਿਕਰਨ ਰੂਪ ਘਰ ਵਿੱਚ ਅਬਿਨਾਸੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਹੁਣ ਮੇਰੇ ਮਨ ਦੀ ਇਹੋ ਇੱਛਾ ਜੀ, ਇੱਕ ਸੇਵ ਕਰੇ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਰ ਵੇਲੇ ਆਪਦੇ ਚਰਨਾਂ ਵਿੱਚ ਸਥਿਤ ਹੋਇਆ, ਬਸ ਹੁਣ ਸੇਵਾ ਕਰਾਂ, ਬਸ ਇਹੀ ਕਿਰਪਾ ਕਰ ਦਿਓ। ਸੇਵਾ ਕਰਦਾ ਹੋਇਆ ਪਲ ਦਾ ਚਸਾ ਮਾਤਰ ਵੀ ਆਪ ਤੋਂ ਮੈਂ ਕਦੇ ਨਾ ਵਿਛੜਾਂ। ਨਾਨਕ ਪਦ ਤੋਂ ਭਾਵ ਸਤਿਗੁਰੂ ਜੀ ਕਥਨ ਕਰਦੇ ਨੇ, ਕਿਉਂਕਿ ਹੁਣ ਗੁਰਤਾ ਗੱਦੀ ਦੀ ਦਾਤ ਦੇ ਚੁੱਕੇ, ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਇਹ ਚੌਥਾ ਪਦਾ ਵੈਸੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਹੀ ਆਪ ਨੇ ਵਰਤਿਆ ਨਾਨਕ ਨਾਮ। ਇਸੇ ਕਰਕੇ ਇਹ ਗਰੀਬ ਨਿਵਾਜ ਸਤਿਗੁਰੂ, ਮੈਂ ਸੇਵਕ ਜਨ ਤਾਂ ਆਪ ਦੇ ਚਰਨਾਂ ਦਾ ਦਾਸ ਹਾਂ, ਕਿਰਪਾ ਕਰਕੇ ਆਪਣੇ ਚਰਨਾਂ ਨਾਲੋਂ ਕਦੇ ਨਾ ਵਿਛੋੜਿਓ ਮੈਨੂੰ। ਹਉ ਕੋਲੀ ਜੀਓ ਕੋਲ ਕਮਾਏ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਉੱਪਰੋਂ ਮਨ ਕਰਕੇ ਘੋਲੀ ਵਾਰ ਨੇ ਫੇਰਨੇ ਜਾਣਾ, ਬਾਣੀ ਕਰਕੇ ਵਾਰ ਨੇ ਫੇਰਨੇ ਜਾਣਾ, ਸਰੀਰ ਕਰਕੇ ਵੀ ਵਾਰ ਨੇ ਫੇਰਨੇ ਜਾਣਾ। ਮਹਾਰਾਜ ਜੀਓ, ਮੈਂ ਜਨ ਆਪ ਦਾ ਚਰਨਾਂ ਕਮਲਾਂ ਦਾ ਦਾਸ ਹਾਂ ਜੀ। ਜਿਸ ਵੇਲੇ ਪਿਤਾ ਗੁਰਦੇਵ ਜੀ ਦੀ ਆਗਿਆ ਪਾ ਕੇ ਚੌਥਾ ਪਦ ਉਚਾਰਨ ਕੀਤਾ ਤਾਂ ਗੁਰੂ ਜੀ ਸਮੇਤ ਸਾਰੀਆਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਫਿਰ ਭਰੇ ਦੀਵਾਨ ਵਿੱਚ ਸਤਿਗੁਰਾਂ ਨੇ ਆਪ ਜੀ ਨੂੰ ਗੁਰਿਆਈ ਗੱਦੀ ਜਿਹੜੀ ਸੀ ਸਿਰੋਂ ਪਾ ਬਖਸ਼ਿਸ਼ ਕਰਕੇ ਸਾਰੇ ਜਗਤ ਦਾ ਗੁਰੂ ਥਾਪ ਦਿੱਤਾ। ਨਾਨਕ ਨਾਮ ਆਪ ਹੀ ਲਿਖਵਾਇਆ ਸੀ, ਲਿਖ ਦਿਓ ਹੁਣ ਵਿੱਚ, ਬਸ ਗੁਰਤਾ ਗੱਦੀ ਦੀ ਤਿਆਰੀ। ਕਿਉਂ ਕਿਹਾ ਕਿ ਪੁਰਖਾ ਜੋ ਤੇਰੀ ਇੱਛਾ ਸੇਵਾ ਕਰਨ ਦੀ ਹੈ ਤਾਂ ਇਹ ਹਰਿਮੰਦਰ ਸਾਹਿਬ ਨੂੰ ਸਾਡਾ ਹੀ ਸਰੂਪ ਜਾਣ ਕੇ ਇਹਦੀ ਸੇਵਾ ਕਰਨੀ ਹੈ। ਸੋ ਸਾਰੀ ਸੇਵਾ ਹੁਣ ਤੁਹਾਡੀ ਜ਼ਿੰਮੇਵਾਰੀ ਤੇ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਤੁਸੀਂ ਕਰਨੀ, ਸੇਵਾ ਮੰਗੀ ਸੀ, ਹਰਿਮੰਦਰ ਸਾਹਿਬ ਦੀ ਸੇਵਾ, ਸਰੋਵਰਾਂ ਸਾਰਿਆਂ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਮਹਾਨ ਸ਼ਹੀਦੀ ਦਿੱਤੀ ਉਹ ਵੀ ਆਪ ਦੀ ਵੱਡੀ ਸੇਵਾ, ਬੇਅੰਤ ਸੇਵਾ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕੀਤੀ ਹੈ। ਇਉਂ ਗੁਰਾਂ ਦਾ ਪਾਵਨ ਉਪਦੇਸ਼ ਆਪਾਂ ਸ਼ਰਵਣ ਕੀਤਾ ਹੈ। ਸੋ ਇਸੇ ਕਰਕੇ ਜੋ ਗੁਰਸਿੱਖ ਗੁਰਬਾਣੀ ਅੰਮ੍ਰਿਤ ਵੇਲੇ ਪੜ੍ਹਦੇ 5 ਬਾਣੀਆਂ, ਉਹਦੇ ਨਾਲ ਸ਼ਬਦ ਹਜ਼ਾਰੇ ਜ਼ਰੂਰ ਪੜ੍ਹਦੇ ਨੇ। ਸ਼ਬਦ ਹਜ਼ਾਰਿਆਂ ਵਿੱਚ ਅਤੀ ਵੈਰਾਗ ਹੈ, ਤਿਆਗ ਹੈ, ਪਿਆਰ ਹੈ, ਸਿੱਖੀ ਹੈ। ਇਸ ਤਰ੍ਹਾਂ ਸੰਗਤਾਂ ਗੁਰਬਾਣੀ ਦੇ ਨਾਲ ਨਾਲ ਜਪਜੀ ਸਾਹਿਬ, ਪਹਿਲਾਂ ਪੁਰਾਣਾ ਨਿਤਨੇਮ ਹੁੰਦਾ ਸੀ, ਅੱਜ ਤੋਂ 30-40 ਸਾਲ 50 ਸਾਲ ਪਹਿਲਾਂ ਜਪਜੀ ਸਾਹਿਬ ਸ਼ਬਦ ਹਜ਼ਾਰੇ, ਜਾਪ ਸਾਹਿਬ ਨਾਲ 10ਵੇਂ ਪਾਤਸ਼ਾਹ ਸ਼ਬਦ ਹਜ਼ਾਰੇ। ਸੋ ਸਵਈਆਂ ਦੇ ਨਾਲ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਸਵਈਏ, ਚੌਪੀ ਸਾਹਿਬ ਨਾਲ ਛੋਟੀ ਚੌਪੀ, ਪ੍ਰਣਵਾਦ ਏਕ ਓੰਕਾਰਾ। ਫਿਰ ਗੁਰਸਿੱਖ ਪੜ੍ਹਦੇ ਹੁੰਦੇ ਸੀ ਇਸੇ ਪ੍ਰਕਾਰ ਆਨੰਦ ਸਾਹਿਬ ਦੇ ਨਾਲ 12 ਮਾਹਾਂ। ਇਸੇ ਪ੍ਰਕਾਰ ਫਿਰ ਬਾਅਦ ਵਿੱਚ ਸੁਖਮਨੀ ਆਸਾ ਦੀ ਵਾਰ, ਫਿਰ ਸੁਖਮਨੀ ਸਾਹਿਬ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ। ਇਹ ਸਾਰੇ ਪੁਰਾਣੇ ਗੁਰਸਿੱਖ ਨਿਤਨੇਮ ਕਰਿਆ ਕਰਦੇ ਸੀ। ਚਾਹੀਦਾ ਤੇ ਇਹ ਸੀ ਜਿਹੜੇ ਵੱਧ ਬਾਣੀ ਪੜ੍ਹਦੇ ਆ ਉਹਨਾਂ ਨੂੰ ਹੋਰ ਵੱਧ ਪੜ੍ਹਾਉਂਦੇ, ਜਿਹੜੇ ਘੱਟ ਪੜ੍ਹਦੇ ਨੇ ਉਹ ਹੋਰ ਜ਼ਿਆਦਾ ਵੱਧ ਪੜ੍ਹਦੇ। ਪਰ ਜਿਹੜੇ ਘੱਟ ਪੜ੍ਹਨ ਵਾਲੇ ਸੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਦੇਤਾ, ਆਓ ਵੀ ਘੱਟ ਬਾਣੀ ਪੜ੍ਹੀਏ ਮਿਲ ਕੇ ਸਾਰੇ। ਜਿਹੜਾ ਘੱਟ ਬਾਣੀ ਪੜ੍ਹਨ ਦਾ ਉਪਦੇਸ਼ ਕਰੇ ਉਹ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਉਹ ਆਪਣਾ ਧਿਆਨ ਕਰ ਲੈਣ,
ਬਾਣੀ ਹਮੇਸ਼ਾ ਵੱਧ ਪੜ੍ਹਨ ਵਾਲਾ, ਬਾਣੀ ਨਾਲ ਪਿਆਰ ਕਰਨ ਵਾਲਾ ਹੀ ਗੁਰਸਿੱਖ ਹੁੰਦਾ। ਜਿਹੜਾ ਘੱਟ ਬਾਣੀ ਪੜ੍ਹਨ ਨੂੰ ਕਹੇ ਉਹ ਸਾਡਾ ਮਿੱਤਰ ਨਹੀਂ ਹੈ, ਉਹ ਗੁਰੂ ਦਾ ਸਿੱਖ ਨਹੀਂ ਹੈ। ਵਾਹਿਗੁਰੂ 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 ਵਾਹਿਗੁਰੂ